बसै मोरो परवारा। सेवक सिख सुखी बसै मोरो परवारा। सेवक सिख सबै करतारा। जे जे तुमरे ध्यान को नित उठ ध्याए हैं संत। अंत लहेंगे मुक्त फल पावेंगे भगवंत। हर हर जन दोई एक है बिब विचार कृष्णाए। जल ते उपजत रंग ज्यों जल ही बिखै समाहे। जिता जियो पिंड सब तेरा तू अंतर जामी पुरख भगवान। दासन दास कह जन नानक जेहा तू कराए। तेहा हों करी वख्यान। ज्यों बुलावै त्यों बोले स्वामी कुदरत कवन हमारी। साध संग नानक जस गायो जो प्रभ की अत प्यारी। तेरे कवन कवन गुण कह कह गावा तू साहिब गुनी निधाना। तुमरी महिमा बरन न सकूं तू ठाकुर ऊच भगवान। सुका टल गुर सेवियै ऐनस सहज सुभाए। दर्शन परसै गुरु के जन्म मरण दुख जाए। होवै सिफत खसमदि नूर हरसों कुरसों छटियै। तुद डिठे ते सच्चे पातशाह मार जन्म जन्म दी कटियै। तुद डिठे सच्चे पातशाह मल जन्म जन्म दी कटियै। सतनाम श्री वाहिगुरु साहिब जीओ। तनासरी चंत महला चौथा। घर पहला। दूजा भाए दुख होए मनमुख जम जो है आजियो। हाय हाय करे दिन रात माया दुख मोहया जियो। माया दुख मोहया हउमे रोहया मेरी मेरी करत विहावै। जो प्रभ दे तिस चेते नाही अंत गया पछतावै। बिन आवै को साथ न चालै पुत्र कलतर माया तोहया। दूजे भाए दुख होए मनमुख जम जोहया जियो। दूजे भाए दुख होए मनमुख जम जोहया जियो।
ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਵਰ ਤਖਤ ਸਿੰਘਾਸਨ ਦੇ ਮਾਲਕ, ਜੁਗੋ ਜੁਗ ਅਟਲ, ਗਰੀਬ ਨਵਾਜ ਸ਼ਬਦਾ ਅਵਤਾਰ, ਸਾਹਿਬ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਆਨੰਦ ਮਾਣ ਰਹੀ ਗੁਰੂ ਕੀ ਸੰਗਤ। ਆਪ ਸੰਗਤ ਨੇ ਗੁਰੂ ਦਰਬਾਰ ਵਿੱਚ ਬੈਠ ਕੇ ਸਤਿਗੁਰਾਂ ਦੀ ਗੁਰਬਾਣੀ ਅੰਮ੍ਰਿਤ ਵੇਲੇ ਤੋਂ ਸਰਵਨ ਕਰਦਿਆਂ ਹੋਇਆ ਮਨੁੱਖਾ ਜਨਮ ਦੀਆਂ ਇਹ ਅਮੋਲਕ ਘੜੀਆਂ ਸਫਲੀਆਂ ਬਣਾਈਆਂ। ਇਹ ਮਨੁੱਖਾ ਜਨਮ ਦਾ ਮਿਲਿਆ ਹੋਇਆ ਸਮਾਂ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਨ, ਕੀ ਇਹ ਹੈ ਤੇਰੀ ਬਰੀਆ ਅਵਰ ਕਾਜ, ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ। ਭਜ ਕੇ ਇਹ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਬਚਨ ਕਹਿਣ ਲੱਗੇ, ਦੁਨੀਆ ਵਿੱਚ ਕੰਮ ਤੇ ਬੜੇ ਕਰਦਾ, ਦਿਨੇ ਵੀ ਕਰਦਾ, ਰਾਤ ਵੀ ਕਰਦਾ, ਮੰਜੇ ਤੇ ਪਿਆ ਵੀ ਸੋਚੀ ਜਾ ਰਿਹਾ ਕੱਲ ਨੂੰ ਕੀ ਕਰਨਾ, ਅੱਗੇ ਕੀ ਕਰਨਾ। ਕੰਮ ਤੇ ਦਿਨੇ ਰਾਤ ਕਰਦਾ, ਦਿਨੇ ਰਾਤ ਸੋਚਦਾ ਵੀ ਹੈ ਆਪਣੇ ਆਉਣ ਵਾਲੇ ਸਮੇਂ ਬਾਰੇ। ਪਰ ਮਹਾਰਾਜ ਕਹਿਣ ਲੱਗੇ, ਜਦੋਂ ਰੱਬ ਦੀ ਦਰਗਾਹ ਵਿੱਚ ਖੜਾ ਹੋਵੇਗਾ ਨਾ ਜਾ ਕੇ, ਉੱਥੇ ਇਹ ਨਹੀਂ ਪੁੱਛਿਆ ਜਾਣਾ ਵੀ ਤੂੰ ਸੋਚਿਆ ਕਿੰਨਾ ਹੈ, ਉੱਥੇ ਇਹ ਨਹੀਂ ਪੁੱਛਿਆ ਜਾਣਾ ਤੂੰ ਕੀਤਾ ਕਿੰਨਾ ਹੈ। ਦੁਨੀਆ ਦੇ ਕੰਮ ਉੱਥੇ ਕੋਈ ਅਹਿਮੀਅਤ ਨਹੀਂ ਰੱਖਦਾ, ਤੇ ਦੁਨੀਆ ਦੇ ਬਾਰੇ ਸੋਚਿਆ ਕੋਈ ਅਹਿਮੀਅਤ ਨਹੀਂ ਰੱਖੇਗਾ। ਉੱਥੇ ਤੇ ਇਹ ਗੱਲ ਦਾ ਨਿਬੇੜਾ ਹੋਣਾ ਹੈ ਕਿ ਸੰਗਤ ਕਿੰਨਾ ਸਮਾਂ ਕੀਤੀ ਹੈ, ਨਾਮ ਕਿੰਨਾ ਸਮਾਂ ਜਪਿਆ, ਜਿਹੜੇ ਕੰਮ ਵਾਸਤੇ ਤੂੰ ਗਿਆ। ਅਸੀਂ ਕਿਸੇ ਵਿਅਕਤੀ ਨੂੰ ਕਿਸੇ ਜ਼ਰੂਰੀ ਕੰਮ ਭੇਜ ਦਈਏ, ਉਹਦੇ ਕੋਲੋਂ ਪੁੱਛੀਏ ਤੇ ਉਹ ਇਹ ਦੱਸੇ ਵੀ ਮੈਂ ਰਾਹ ਵਿੱਚ ਖਲੋਤਾ ਸੀ, ਇੱਥੇ ਮੈਂ ਪਾਣੀ ਪੀਤਾ, ਇੱਥੇ ਮੈਂ ਲੰਮੇ ਪਿਆ, ਇੱਥੇ ਮੈਂ ਆਹ ਕੀਤਾ। ਮਾਲਕ ਨੇ ਇਹ ਪੁੱਛਣਾ ਵੀ ਰਸਤੇ ਵਿੱਚ ਤੂੰ ਪਾਣੀ ਪੀਤਾ ਜਾਂ ਨਹੀਂ ਪੀਤਾ, ਉਹ ਗੱਲ ਛੱਡ, ਤੂੰ ਇਹ ਦੱਸ ਵੀ ਜਿਹੜੇ ਕੰਮ ਗਿਆ ਉਹ ਕਰਕੇ ਆਇਆ ਕਿ ਰਸਤੇ ਵਿੱਚ ਤੂੰ ਖੜਾ ਹੈ, ਲੰਮੇ ਪਿਆ, ਭੁੱਖਾ ਰਿਹਾ, ਪਿਆਸਾ ਰਿਹਾ, ਖਾਧਾ ਕੁਝ ਨਹੀਂ ਖਾਧਾ, ਉਹ ਇੱਕ ਵੱਖਰੀ ਗੱਲ ਹੈ। ਗੱਲ ਇਹ ਹੈ ਵੀ ਜਿਹੜੇ ਕੰਮ ਵਾਸਤੇ ਗਿਆ ਉਹ ਕੀਤਾ ਹੈ ਕਿ। ਤੇ ਜਦੋਂ ਉੱਥੇ ਇਹ ਗੱਲ ਕਹਿ ਦੇਵੇ ਆ ਕੇ ਨੌਕਰ ਵੀ ਨਹੀਂ, ਜਿਹੜੇ ਕੰਮ ਤੁਸੀਂ ਭੇਜਿਆ ਉਹ ਨਹੀਂ ਮੈਂ ਕੀਤਾ, ਤੇ ਉਹਦੇ ਤੋਂ ਬਿਨਾਂ ਮੈਂ ਪੈਦਲ ਚੱਲ ਕੇ ਗਿਆ, ਮੈਂ ਭੁੱਖਾ ਰਿਹਾ, ਮੈਂ ਪਿਆਸਾ ਰਿਹਾ, ਤੇਰੇ ਕਿਸੇ ਕੰਮ ਦੀ ਕੋਈ ਕੀਮਤ ਨਹੀਂ ਪੈਣੀ। ਮਾਲਕ ਨੇ ਕਹਿਣਾ ਜਿਹੜੇ ਕੰਮ ਭੇਜਿਆ ਉਹ ਤੇ ਕੀਤਾ ਨਹੀਂ, ਮੇਰੇ ਵੱਲੋਂ ਭੁੱਖਾ ਰਹਿ ਤੇ ਭਾਵੇਂ ਪਿਆਸਾ ਰਹਿ ਤੇ ਭਾਵੇਂ ਤੂੰ ਥੱਕ ਜਾ, ਮੈਨੂੰ ਇਹਦੇ ਨਾਲ ਕੀ ਲੱਗੇ। ਦੁਨਿਆਵੀ ਉਦਾਹਰਨ ਹੈ ਸਾਡੇ ਸਾਹਮਣੇ ਹੈ। ਤੇ ਗੁਰਮੁਖੋ ਇਸੇ ਤਰ੍ਹਾਂ ਜਦੋਂ ਪਰਮਾਤਮਾ ਨੇ ਸਾਨੂੰ ਪੁੱਛਿਆ ਵੀ ਜਿਹੜੇ ਕੰਮ ਤੁਹਾਨੂੰ ਭੇਜਿਆ ਸੀ ਨਾਮ ਜਪਣ ਵਾਸਤੇ, ਉਹ ਜਪਿਆ ਹੈ ਕਿ ਨਹੀਂ, ਤੇ ਮੇਰਾ ਅੱਗੋਂ ਜਵਾਬ ਇਹ ਹੋਣਾ ਵੀ ਮੈਂ ਤੇ ਨੌਕਰੀ ਕੀਤੀ ਹੈ, ਮੈਂ ਤੇ ਹੱਥੀਂ ਮਿਹਨਤ ਬੜੀ ਕੀਤੀ ਹੈ, ਮੈਂ ਤੇ ਦਿਨੇ ਰਾਤ ਕੰਮ ਕਰਦਾ, ਮੈਂ ਤੇ ਦਿਨੇ ਰਾਤ ਕੰਮ ਵਾਸਤੇ ਸੋਚਦਾ। ਤੇ ਪਰਮਾਤਮਾ ਨੇ ਜਵਾਬ ਇਹ ਦੇਣਾ, ਤੈਨੂੰ ਸੋਚਣ ਦੀ ਕੀ ਲੋੜ ਹੈ, ਤੇਰਾ ਰਿਜ਼ਕ ਤੇ ਤੇਰੇ ਮੱਥੇ ਤੇ ਲਿਖ ਕੇ ਮੈਂ ਇੱਥੋਂ ਤੋਰਿਆ, ਪ੍ਰਬੰਧ ਤੇਰਾ ਸਾਰਾ ਮੈਂ ਕੀਤਾ। ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ, ਹਰੇਕ ਸਿਰ ਦੇ ਉੱਪਰ, ਮਸਤਕ ਦੇ ਉੱਪਰ ਹਰੇਕ ਦਾ ਕਰਮ ਵੱਖਰਾ ਲਿਖਿਆ। ਇਹ ਨਹੀਂ ਵੀ ਇੱਕ ਪਰਿਵਾਰ ਦਾ ਕੋਈ ਹੈੱਡ ਹੈ ਫੈਮਿਲੀ ਦਾ ਤੇ ਉਹਦੇ ਮੱਥੇ ਤੇ ਬਾਕੀ ਸਾਰੇ ਜੀਆਂ ਨੂੰ ਪਾ ਦਿੱਤਾ ਵੀ ਤੂੰ ਹੀ ਸਾਰਿਆਂ ਨੂੰ ਪਾਲੇਂਗਾ ਜਾਂ ਸਾਰੇ ਜੀ ਉਹਦੇ ਆਸਰੇ ਪਲਣਗੇ, ਨਹੀਂ। ਮਹਾਰਾਜ ਨੇ ਹਰੇਕ ਮਸਤਕ ਦੇ ਵਿੱਚ ਵੱਖਰਾ ਲੇਖ ਲਿਖਿਆ, ਕਿਸੇ ਨੂੰ ਕਿਸੇ ਦੇ ਉੱਪਰ ਨਿਰਭਰ ਨਹੀਂ ਕੀਤਾ। ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ, ਹਰੇਕ ਸਿਰ ਦੇ ਉੱਪਰ, ਹਰੇਕ ਮਸਤਕ ਦੇ ਉੱਪਰ ਪਰਮਾਤਮਾ ਨੇ ਲੇਖ ਲਿਖਿਆ। ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ, ਤੇ ਉਹ ਸਾਰਿਆਂ ਨੂੰ ਸਿਰ ਬਸਿਰ ਦਿੰਦਾ ਵੀ ਹੈ। ਜਦੋਂ ਪਰਮਾਤਮਾ ਐਸਾ ਪ੍ਰਬੰਧ ਕਰਕੇ ਬੈਠਾ ਹੈ ਤੇ ਤੂੰ ਇਹ ਗੱਲ ਦਾ ਜਵਾਬ ਦੇਵੇਂਗਾ ਵੀ ਮੈਂ ਤੇ ਦਿਨੇ ਰਾਤ ਕੰਮ ਵਾਸਤੇ ਭੱਜਾ ਰਿਹਾ,
ਤੇ ਪਰਮਾਤਮਾ ਜੀ ਨੇ ਕਹਿਣਾ ਤੇਰੇ ਰਿਜ਼ਕ ਦਾ ਪ੍ਰਬੰਧ ਤੇ ਮੈਂ ਕਰਕੇ ਭੇਜਿਆ ਸੀ, ਪਰ ਜਿਹੜੇ ਕੰਮ ਤੈਨੂੰ ਭੇਜਿਆ ਉਹ ਕੀਤਾ ਹੈ ਕਿ ਨਹੀਂ ਕੀਤਾ, ਉਹਦਾ ਜਵਾਬ ਦੇ। ਅਸੀਂ ਦੁਨੀਆ ਦੇ ਕੰਮ ਤੇ ਗਿਣ ਕੇ ਦੱਸ ਦੇਵਾਂਗੇ, ਪਰ ਅਸੀਂ ਨਾਮ ਨਹੀਂ ਜਪਿਆ ਇਹ ਦੱਸ ਨਹੀਂ ਪਾਵਾਂਗੇ, ਤੇ ਫਿਰ ਸਾਡੇ ਤੇ ਉਹ ਮਾਲਕ ਸਾਡਾ ਖੁਸ਼ ਨਹੀਂ ਹੋਵੇਗਾ। ਮਹਾਰਾਜ ਕਹਿਣ ਲੱਗੇ ਅਵਰ ਕਾਜ ਤੇਰਾ ਕਿਤਾ ਨਾ ਕਾਮ। ਦੁਨੀਆ ਦੇ ਕਿੰਨੇ ਕੰਮ ਕੀਤੇ ਕੋਈ ਮਾਇਨਾ ਨਹੀਂ ਰੱਖਦੇ। ਪ੍ਰਭਾਵ ਤੇ ਇਸ ਗੱਲ ਦਾ ਪੈਣਾ, ਗੱਲ ਤੇ ਮਨਜ਼ੂਰ ਇਹ ਹੋਣੀ ਹੈ ਵੀ ਤੂੰ ਨਾਮ ਕਿੰਨਾ ਕੁ ਜਪਿਆ ਹੈ। ਸੋ ਗੁਰਮੁਖੋ, ਜੇ ਸੰਗਤ ਵਿੱਚ ਆਪਾਂ ਬੈਠੇ ਹਾਂ, ਇਹਦਾ ਮੁੱਲ ਰੱਬ ਦੀ ਦਰਗਾਹ ਵਿੱਚ ਜਾ ਕੇ ਪਵੇਗਾ। ਅਸੀਂ ਕਹਿਣ ਵਾਲੇ ਬਣਾਂਗੇ ਮੈਂ ਇੰਨੇ ਸਾਲ ਅੰਮ੍ਰਿਤ ਵੇਲੇ ਉੱਠ ਕੇ ਇੰਨੇ ਸਾਲ ਸੰਗਤ ਵਿੱਚ ਬੈਠਾ, ਮੈਂ ਪਾਠ ਸੁਣਿਆ, ਮੈਂ ਬਾਣੀ ਸੁਣੀ ਹੈ, ਮੈਂ ਕੀਰਤਨ ਸੁਣਿਆ ਹੈ। ਅਸੀਂ ਇਹ ਕਹਿ ਸਕਾਂਗੇ ਵੀ ਮਹਾਰਾਜ ਲੜੀਵਾਰ ਗੁਰਬਾਣੀ ਦੀ ਕਥਾ ਮੈਂ ਆਪਣੇ ਜੀਵਨ ਵਿੱਚ ਸੁਣੀ ਹੈ, ਜਿਹੜੀ ਕੋਈ ਨਹੀਂ ਸੁਣ ਸਕਿਆ। ਬਹੁਤ ਘੱਟ, ਲੱਖਾਂ ਵਿੱਚੋਂ ਕਰੋੜਾਂ ਵਿੱਚੋਂ ਕੋਈ ਵਿਰਲੇ ਜਿਨ੍ਹਾਂ ਨੇ ਸਰਵਣ ਕੀਤੀ ਹੈ, ਪਰ ਉੱਥੇ ਕਹਿ ਸਕਾਂਗੇ ਵੀ ਅਸੀਂ ਸੁਣ ਕੇ ਆਏ ਹਾਂ। ਇਹਦਾ ਫਲ ਸਾਨੂੰ ਜ਼ਰੂਰ ਮਿਲੇਗਾ, ਜ਼ਰੂਰ ਬਾਰ ਜ਼ਰੂਰ ਮਿਲੇਗਾ। ਮਹਾਰਾਜ ਕਹਿਣ ਲੱਗੇ ਅਵਰ ਕਾਜ ਤੇਰਾ ਕਿਤਾ ਨਾ ਕਾਮ, ਮਿਲ ਸਾਧ ਸੰਗਤ ਭਜ ਕੇ ਨਾਮ ਜਪਿਆ ਕੰਮ ਆਉਣਾ। ਭਾਈ ਪਿਆਰਿਆ, ਤਾਂ ਕਹੀਦਾ ਵੀ ਸੰਗਤ ਵਿੱਚ ਆ ਕੇ ਬੈਠਿਆ ਕਰ। ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਆਓ ਸ਼ਬਦ ਦੀ ਵਿਚਾਰ ਜਿਵੇਂ ਬਖਸ਼ਿਸ਼ ਕਰਦੇ ਸਰਵਨ ਕਰੀਏ। ਤਨਾਸਰੀ ਛੰਤ ਮਹੱਲਾ ਚੌਥਾ। ਘਰ ਪਹਿਲਾ। ਦੇ ਅੰਦਰ ਗੁਰੂ ਰਾਮਦਾਸ ਪਾਤਸ਼ਾਹ ਸੋਢੀ ਸੁਲਤਾਨ ਸ਼ੰਤ ਨਾਮ ਦੀ ਬਾਣੀ ਬਖਸ਼ਿਸ਼ ਕਰਦੇ ਪਏ। ਗੁਰਮੁਖੋ, ਇਹ ਬੇਨਤੀ ਹਰ ਰੋਜ਼ ਆਪਾਂ ਕਰਦੇ ਹਾਂ। ਇਸ ਸ਼ਬਦ ਦੀਆਂ 5 ਪੌੜੀਆਂ ਨੇ, ਪੂਰੇ ਅੰਗ ਦਾ ਇਹ ਸ਼ਬਦ ਹੈ। ਆਪਾਂ ਇਸ ਸ਼ਬਦ ਦੀ ਇੱਕ ਇੱਕ ਪੌੜੀ ਰੋਜ਼ ਸਰਵਨ ਕਰ ਰਹੇ ਹਾਂ। ਸੋ ਅੱਜ ਸਾਨੂੰ ਇਹ ਜਿਹੜੀ ਹੈ ਚੌਥੀ ਪੌੜੀ ਇਸ ਸ਼ਬਦ ਦੀ ਪ੍ਰਾਪਤ ਹੋ ਰਹੀ ਹੈ। 3 ਪੌੜੀਆਂ ਆਪਾਂ ਸਰਵਨ ਕਰ ਲਈਆਂ। ਚੌਥੀ ਪੌੜੀ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਬਖਸ਼ਿਸ਼ ਕਰਦੇ ਹਨ। ਦੂਜਾ ਭਾਏ ਦੁੱਖ ਹੋਏ ਮਨਮੁਖ ਜਮ ਜੋਹਿਆ ਜਿਓ। ਗੁਰੂ ਬਖਸ਼ਿਸ਼ ਕਰਦੇ ਜਿਹੜੇ ਦਵੈਤ ਭਾਵ ਵਿੱਚ ਲੱਗੇ। ਦਵੈਤ ਭਾਵ ਤੋਂ ਮਤਲਬ ਲੈ ਲੈਣਾ ਈਰਖਾ। ਜਿਹੜੇ ਈਰਖਾ ਦੇ ਵਿੱਚ ਪਏ ਨੇ, ਜਿਹੜੇ ਸ਼ੋਕ ਦੇ ਵਿੱਚ ਪਏ ਨੇ, ਜਿਹੜੇ ਮੋਹ ਦੇ ਵਿੱਚ ਪਏ ਹੋਏ, ਉਹਨਾਂ ਨੂੰ ਬਹੁਤ ਭਾਰੀ ਦੁੱਖ ਹੋਵੇਗਾ। ਈਰਖਾ ਜਿਹੜੀ ਹੈ ਨਾ, ਇਹ ਬੜਾ ਵੱਡਾ ਔਗਣ ਹੈ। ਈਰਖਾ ਕਿਸੇ ਨਾਲ ਵੀ ਹੋ ਸਕਦੀ ਹੈ। ਈਰਖਾ ਦੇ ਵਿੱਚ ਰਿਸ਼ਤੇਦਾਰੀ ਦੀ ਲੋੜ ਨਹੀਂ ਹੈ। ਉਹ ਰਿਸ਼ਤੇਦਾਰ ਵੀ ਹੋ ਸਕਦਾ, ਉਹ ਤੇਰਾ ਸਕਾ ਸੰਬੰਧੀ ਵੀ ਹੋ ਸਕਦਾ, ਉਹ ਤੇਰਾ ਦੋਸਤ ਮਿੱਤਰ ਵੀ ਹੋ ਸਕਦਾ ਹੈ, ਉਹ ਤੈਨੂੰ ਨਾ ਜਾਣਨ ਵਾਲਾ ਵੀ ਹੋ ਸਕਦਾ। ਈਰਖਾ ਤੇ ਉਹਦੇ ਨਾਲ ਵੀ ਹੋ ਜਾਏ। ਇੱਕ ਦਫ਼ਤਰ ਦੇ ਵਿੱਚ ਕੰਮ ਕਰੀਏ ਨਾ, ਮੁਲਾਜ਼ਮ ਬਣ ਕੇ ਇੱਕ ਥਾਂ ਤੇ ਇਕੱਠੇ ਰਹੀਏ, ਤਾਂ ਦੂਜੇ ਦੇ ਕੱਪੜੇ ਵੇਖ ਕੇ, ਦੂਜੇ ਦਾ ਮਾਣ ਸਨਮਾਨ ਵੇਖ ਕੇ ਅਕਾਰਨੀ ਉਹਦੇ ਨਾਲ ਈਰਖਾ ਪੈਦਾ ਹੋ ਜਾਏਗੀ। ਉਹ ਕਿਸੇ ਇਲਾਕੇ ਦਾ, ਕਿਸੇ ਧਰਮ ਦਾ, ਕਿਸੇ ਮਜ਼ਹਬ ਦਾ ਕਿਤੇੋਂ ਆਇਆ, ਪਰ ਉੱਥੇ ਈਰਖਾ ਆ ਗਈ ਮਨ ਵਿੱਚ ਵੀ ਇਹਦਾ ਮਾਣ ਸਨਮਾਨ ਮੇਰੇ ਨਾਲੋਂ ਜ਼ਿਆਦਾ, ਇਹਦੇ ਕੱਪੜੇ ਚੰਗੇ ਨੇ, ਇਹਦਾ ਪਰਿਵਾਰ ਚੰਗਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਦਵੈਤ ਵਿੱਚ ਲੱਗਣ ਦੇ ਨਾਲ ਈਰਖਾ ਪੈਦਾ ਹੁੰਦੀ ਹੈ। ਜਿਹੜੇ ਈਰਖਾ ਵਿੱਚ ਪੈ ਜਾਂਦੇ ਉਹਨਾਂ ਨੂੰ ਸੰਸਾਰੀ ਦੁੱਖ ਤੇ ਲੱਗਦਾ ਹੈ, ਨਾਲ ਇੱਕ ਵੱਡਾ ਦੁੱਖ ਇਹ ਹੈ ਮਨਮੁਖ ਜਮ ਜੋਹਿਆ ਜੀਓ। ਈਰਖਾ ਆਵੇਗੀ ਮਨਮੁਖ ਬੰਦੇ ਦੇ ਵਿੱਚ, ਤੇ ਮਨਮੁਖ ਬੰਦੇ ਨੂੰ ਜਦੋਂ ਜਮ ਤੱਕ ਲੈਂਦਾ ਨਾ, ਤੇ ਜਮਾਂ ਦੇ ਤੱਕਣ ਦਾ ਦੁੱਖ ਵਰਣਨ ਨਹੀਂ ਕੀਤਾ ਜਾ ਸਕਦਾ। ਜਿਹਨੂੰ ਜਮ ਨੇ ਵੇਖ ਲਿਆ ਸਮਝ ਲਓ ਉਹਦਾ ਅੰਤ ਆ ਗਿਆ। ਵਿਦਵਾਨਾਂ ਨੇ ਇੱਕ ਸਾਖੀ ਲਿਖੀ ਹੈ, ਕਹਿਣ ਲੱਗੇ ਦੇਵਤੇ ਨਾ ਇੱਕ ਪਹਾੜੀ ਦੇ ਉੱਪਰ ਇਕੱਠੇ ਹੁੰਦੇ ਪਏ ਕਿਸੇ ਮਸ਼ਵਰੇ ਦੇ ਵਾਸਤੇ, ਕਿਸੇ ਸਲਾਹ ਦੇ ਵਾਸਤੇ। ਦੇਵਤੇ ਇਕੱਠੇ ਹੁੰਦੇ ਨੇ, ਕੋਈ ਮੀਟਿੰਗ ਸੱਦ ਲਈ ਹੈ, ਕੋਈ ਵਿਚਾਰ ਵਟਾਂਦਰਾ ਕਰਨਾ, ਤੇ ਦੇਵਤਿਆਂ ਦੇ ਵਾਹਨ ਲਿਖੇ ਨੇ ਗ੍ਰੰਥਾਂ ਦੇ ਵਿੱਚ ਨਾ ਵੀ ਇਹ ਦੇਵਤਾ ਇਸ ਵਾਹਨ ਦੀ ਸਵਾਰੀ ਕਰਦਾ। ਜਿਵੇਂ ਗਣੇਸ਼ ਦਾ ਲਿਖਿਆ ਵੀ ਉਹ ਚੂਹੇ ਦੀ ਸਵਾਰੀ ਕਰਦਾ, ਦੁਰਗਾ ਸ਼ੇਰ ਦੀ ਸਵਾਰੀ ਕਰਦੀ ਹੈ,
ਇਸੇ ਤਰ੍ਹਾਂ ਬਰਮਾ ਹੰਸ ਦੀ ਸਵਾਰੀ ਕਰਦਾ, ਸ਼ਿਵ ਜੀ ਬਲਦ ਦੀ ਸਵਾਰੀ ਕਰਦਾ, ਵਿਸ਼ਨੂੰ ਭਗਵਾਨ ਜੀ ਗਰੜ ਦੀ ਸਵਾਰੀ ਕਰਦਾ। ਤੇ ਧਰਮਰਾਜੇ ਦਾ ਲਿਖਿਆ ਵੀ ਉਹ ਝੋਟੇ ਦੀ ਸਵਾਰੀ ਕਰਦਾ, ਝੋਟੇ ਦੇ ਉੱਪਰ ਬੈਠ ਕੇ ਉਹ ਚੱਲਦਾ। ਇਹ ਲਿਖਿਆ ਹੈ ਧਾਰਮਿਕ ਸ਼ਾਸਤਰਾਂ ਦੇ ਵਿੱਚ ਨਾ, ਹਿੰਦੂ ਗ੍ਰੰਥਾਂ ਵਿੱਚ ਇਹ ਗੱਲ ਲਿਖੀ ਹੋਈ ਹੈ ਵੀ ਇਹਨਾਂ ਦੇ ਇਹ ਵਾਹਨ ਨੇ, ਇਹਨਾਂ ਵਾਹਨਾਂ ਦੇ ਉੱਪਰ ਚੱਲਦੇ। ਤੇ ਸੀਤਲਾ ਜਿਹੜੀ ਆ ਉਹ ਗਧੇ ਦੀ ਸਵਾਰੀ ਕਰਦੀ ਹੈ। ਸੋ ਇਹ ਜਿਹੜੇ ਦੇਵਤੇ ਨੇ ਆਪੋ ਆਪਣੇ ਵਾਹਨ ਦੇ ਉੱਪਰ ਜਿਹੜੀ ਸਵਾਰੀ ਮਿਲੀ ਹੈ ਉਹਦੇ ਤੇ ਚੜ੍ਹ ਕੇ ਤੁਰੇ ਆਉਂਦਾ। ਸਾਰਿਆਂ ਨੇ ਸ਼ਾਮਲ ਹੋਣਾ ਤੇ ਜਮਰਾਜੇ ਦੀ ਵਾਰੀ ਆਈ ਤੇ ਉਹ ਆਪਣੇ ਝੋਟੇ ਤੇ ਚੜ੍ਹਿਆ ਹੋਇਆ ਤੇ ਆ ਗਿਆ। ਇੱਕ ਬੜਾ ਵੱਡਾ ਰੁੱਖ ਹੈ, ਰੁੱਖ ਦੇ ਥੱਲੇ ਆ ਕੇ ਉਤਰਿਆ। ਰੁੱਖ ਦੇ ਉੱਪਰ ਇੱਕ ਕਬੂਤਰ ਬੈਠਾ ਹੋਇਆ, ਵੱਡਾ ਪੇੜ ਹੈ, ਪਿੱਪਲ ਦਾ ਲਾ ਲਈਏ, ਬੋਹੜ ਦਾ ਲਾ ਲਈਏ, ਵੱਡਾ ਰੁੱਖ ਹੈ ਤੇ ਉਹਦੇ ਤੇ ਕਬੂਤਰ ਇੱਕ ਬੈਠਾ। ਜਦੋਂ ਜਮਰਾਜਾ ਉਸ ਪੇੜ ਦੇ ਰੁੱਖ ਦੇ ਥੱਲੇ ਆਇਆ ਨਾ ਤੇ ਉਹਦੀ ਸੁਭਾਵਕ ਨਿਗਾਹ ਉੱਪਰ ਨੂੰ ਪਈ ਤੇ ਕਬੂਤਰ ਬੈਠਾ ਤੇ ਉਹਨੇ ਬੜੀ ਚੰਗੀ ਤਰੀਕੇ ਨਾਲ, ਬੜੇ ਗੌਰ ਦੇ ਨਾਲ, ਬੜੇ ਧਿਆਨ ਦੇ ਨਾਲ ਵੇਖਿਆ। ਕੱਲਾ ਵੇਖਿਆ ਹੀ ਹੈ, ਕਿਹਾ ਕੁਝ ਨਹੀਂ, ਚਲਾ ਗਿਆ ਜਿੱਥੇ ਵਿਚਾਰ ਵਟਾਂਦਰਾ ਹੋਣਾ। ਪਰ ਇੰਨੀ ਗੱਲ ਵੇਖ ਕੇ ਕਬੂਤਰ ਨੂੰ ਕਾਂਬਾ ਛਿੜ ਗਿਆ, ਕੰਬਣ ਲੱਗ ਪਿਆ ਕਬੂਤਰ। ਨਾਲ ਹੀ ਕਹਿਣ ਲੱਗੇ ਗਰੜ ਬੈਠਾ ਹੋਇਆ। ਹੁਣ ਗਰੜ ਦੀ ਸਵਾਰੀ ਭਗਵਾਨ ਵਿਸ਼ਨੂੰ ਕਰਦੇ ਤੇ ਵਿਦਵਾਨ ਕਹਿੰਦੇ ਨੇ ਵੀ ਗਰੜ ਜਿੰਨਾ ਤੇਜ਼ ਉੱਡਦਾ ਕੋਈ ਨਹੀਂ, ਸਭ ਤੋਂ ਤੇਜ਼ ਰਫ਼ਤਾਰ ਉਹਦੀ ਹੈ, ਥੋੜ੍ਹੇ ਸਮੇਂ ਵਿੱਚ ਬਹੁਤਾ ਸਫ਼ਰ ਤੈਅ ਕਰਦਾ। ਹੁਣ ਹੈ ਤੇ ਗੁਰਮੁਖੋ ਗਰੜ ਵੀ ਪੰਛੀ ਤੇ ਕਬੂਤਰ ਵੀ ਪੰਛੀ। ਗਰੜ ਨੇ ਵੇਖਿਆ ਵੀ ਮੇਰੀ ਪ੍ਰਜਾਤੀ ਦਾ ਪਰਿੰਦਾ ਇਹ ਕੰਬਦਾ ਪਿਆ, ਪੁੱਛ ਹੀ ਲਿਆ। ਕਹਿਣ ਲੱਗਾ ਵੀ ਤੂੰ ਕਿਉਂ ਕੰਬਦਾ ਪਿਆ, ਤੈਨੂੰ ਕੀ ਖਤਰਾ ਪੈ ਗਿਆ? ਤੇ ਕਬੂਤਰ ਨੇ ਆਪਣਾ ਵਿਚਾਰ ਦੱਸਿਆ। ਕਹਿਣ ਲੱਗਾ ਡਰ ਇਸ ਗੱਲ ਦਾ ਵੀ ਜਮਰਾਜਾ ਜਦੋਂ ਖਲੋਤਾ ਸੀ ਨਾ ਇਸ ਰੁੱਖ ਦੇ ਥੱਲੇ, ਉਹਨੇ ਮੇਰੇ ਵੱਲ ਬੜੇ ਧਿਆਨ ਨਾਲ ਵੇਖਿਆ। ਤੇ ਗਰੜ ਨੇ ਕਿਹਾ ਵੀ ਤਾਂ ਕੀ ਹੋਇਆ ਜੇ ਵੇਖਿਆ ਤੇ ਤੈਨੂੰ ਮਾਰਿਆ ਤੇ ਨਹੀਂ? ਕਹਿਣ ਲੱਗਾ ਵੇਖਣ ਦਾ ਮਤਲਬ ਹੀ ਇਹ ਹੈ ਵੀ ਮੇਰੀ ਜ਼ਿੰਦਗੀ ਦਾ ਅੰਤ ਆ ਗਿਆ। ਜਮ ਜਿਹਦੇ ਵਾਲੇ ਵੇਖ ਲਵੇ ਉਹਨੂੰ ਜ਼ਿੰਦਗੀ ਮਿਲ ਜਾਵੇ, ਹੋ ਨਹੀਂ ਨਾ ਸਕਦਾ। ਮੇਰੀ ਮੌਤ ਆ ਗਈ ਹੈ, ਜਿਹੜਾ ਮੈਨੂੰ ਵੇਖਿਆ ਮੈਨੂੰ ਹੁਣ ਮਰਨਾ ਪਵੇਗਾ। ਉਹਦਾ ਡਰ ਵੇਖ ਕੇ ਨਾ ਉਹਦੇ ਮਿੱਤਰ ਗਰੜ ਨੇ ਆਖਿਆ ਫਿਕਰ ਨਾ ਕਰ, ਮੈਂ ਤੈਨੂੰ ਇੰਨੀ ਦੂਰ ਛੱਡ ਕੇ ਆਵਾਂਗਾ ਧਰਮਰਾਜਾ ਤੇ ਤੈਨੂੰ ਲੱਭ ਹੀ ਨਹੀਂ ਸਕੇਗਾ, ਤੂੰ ਬਚ ਜਾਵੇਂਗਾ ਬਹੁਤ। ਬਿਲਕੁਲ ਠੀਕ ਹੈ। ਇਸੇ ਤਰ੍ਹਾਂ ਗਰੜ ਕਹਿਣ ਲੱਗੇ ਵੀ ਕਬੂਤਰ ਜਿਹੜਾ ਨਾ ਗਰੜ ਦੇ ਉੱਪਰ ਬੈਠਾ ਤੇ ਗਰੜ ਉੱਡਿਆ ਤੇ ਹਜ਼ਾਰਾਂ ਮੀਲ ਦੂਰ ਜਾ ਕੇ ਕਿਸੇ ਪਹਾੜ ਦੀ ਕੰਦਰਾ ਦੇ ਵਿੱਚ, ਕਿਸੇ ਪਹਾੜ ਦੀ ਗੁਫਾ ਦੇ ਵਿੱਚ ਉਹਨੂੰ ਛੱਡ ਕੇ ਆਇਆ ਵੀ ਇੱਥੇ ਬੈਠਾ ਰਹੀ, ਤੈਨੂੰ ਹੁਣ ਧਰਮਰਾਜਾ ਲੱਭ ਨਹੀਂ ਸਕੇਗਾ। ਧਰਮਰਾਜੇ ਨੇ ਤੇ ਸੋਚਿਆ ਨਹੀਂ ਹੋਣਾ ਵੀ ਤੂੰ ਇੰਨੀ ਦੂਰ ਆ ਗਿਆ, ਮੈਂ ਆਪਣੀ ਰਫ਼ਤਾਰ ਦੇ ਨਾਲ ਤੈਨੂੰ ਇੰਨੀ ਦੂਰ ਛੱਡ ਕੇ ਚੱਲਿਆ। ਜਦੋਂ ਇਸ ਤਰ੍ਹਾਂ ਛੱਡ ਕੇ ਤੇ ਵਾਪਸ ਆਇਆ ਨਾ ਗਰੜ ਉਸੇ ਜਗ੍ਹਾ ਦੇ ਉੱਪਰ ਜਿੱਥੇ ਮੀਟਿੰਗ ਚੱਲਦੀ ਪਈ, ਵਿਚਾਰ ਵਟਾਂਦਰੇ ਚੱਲਦੇ ਪਏ, ਤੇ ਜਮਰਾਜਾ ਜਦੋਂ ਉਤਰਿਆ ਥੱਲੇ ਮੀਟਿੰਗ ਤੋਂ ਬਾਹਰ ਆਇਆ ਤੇ ਉਹਦੀ ਨਿਗਾਹ ਫਿਰ ਉਸ ਰੁੱਖ ਦੇ ਉੱਪਰ ਗਈ। ਵੇਖਿਆ ਇੱਥੇ ਤੇ ਕਬੂਤਰ ਹੈ ਨਹੀਂ ਹੈ, ਪਹਿਲਾਂ ਬੈਠਾ ਸੀ ਹੁਣ ਹੈ ਨਹੀਂ। ਜਦੋਂ ਵੇਖ ਕੇ ਹੈਰਾਨ ਹੋਇਆ ਤੇ ਗਰੜ ਤੋਂ ਰਿਹਾ ਨਹੀਂ ਗਿਆ, ਉਹ ਬੋਲ ਹੀ ਪਿਆ। ਕਹਿਣ ਲੱਗੇ ਜਿਹਨੂੰ ਤੁਸੀਂ ਵੇਖਦੇ ਪਏ ਉਹਨੂੰ ਤੇ ਮੈਂ ਹਜ਼ਾਰਾਂ ਮੀਲ ਦੂਰ ਛੱਡ ਆਇਆ, ਉਹ ਤੁਹਾਨੂੰ ਲੱਭੇਗਾ ਨਹੀਂ। ਤੇ ਜਦੋਂ ਗਰੜ ਨੇ ਇੰਨੀ ਗੱਲ ਆਖੀ ਤੇ ਧਰਮਰਾਜਾ ਹੱਸ ਪਿਆ। ਕਹਿਣ ਲੱਗਾ ਮੈਂ ਵੀ ਉਹਨੂੰ ਇੱਥੇ ਬੈਠਿਆ ਵੇਖ ਕੇ ਬੜਾ ਹੈਰਾਨ ਹੋਇਆ ਵੀ ਉਹਦੀ ਮੌਤ ਜਿਹੜੀ ਹੈ ਉਹ ਹਜ਼ਾਰਾਂ ਮੀਲ ਦੂਰ ਲਿਖੀ ਹੈ, ਇਸ ਰੁੱਖ ਤੇ ਬੈਠਾ, ਉਹਦੇ ਕੋਲੋਂ ਪਹੁੰਚਿਆ ਨਹੀਂ ਜਾਣਾ ਤੇ ਉਹਨੇ ਮੇਰੇ ਕੋਲੋਂ ਬਚ ਜਾਣਾ। ਪਰ ਮੌਤ ਤੋਂ ਬਚਾਵੇ ਕੌਣ? ਤੂੰ ਤੇ ਮੇਰਾ ਕੰਮ ਸੌਖਾ ਕਰ ਦਿੱਤਾ, ਤੂੰ ਤੇ ਆਪ ਉੱਥੇ ਛੱਡ ਕੇ ਆਇਆ ਜਿੱਥੇ ਉਹਦੀ ਮੌਤ ਲਿਖੀ ਹੈ। ਉਹਦੀ ਮੌਤ ਲਿਖੀ ਹੈ ਪਹਾੜ ਦੀ ਇੱਕ ਗੁਫਾ ਦੇ ਵਿੱਚ, ਜਿਹੜਾ ਇੱਥੋਂ ਇੰਨਾ ਦੂਰ ਹੈ। ਮੈਂ ਉਹਨੂੰ ਵੇਖ ਕੇ ਇਹ ਸੋਚਦਾ ਸੀ ਵੀ ਇਹ ਪਰਿੰਦਾ ਭਾਵੇਂ ਜਿੰਨਾ ਮਰਜ਼ੀ ਜ਼ੋਰ ਲਾ ਕੇ ਉੱਡ ਲਵੇ, ਇਹ ਇੰਨਾ ਸਫ਼ਰ ਇੰਨੇ ਸਮੇਂ ਵਿੱਚ ਤੈਅ ਨਹੀਂ ਕਰ ਸਕਦਾ। ਇਹਨੇ ਉਸ ਜਗ੍ਹਾ ਤੇ ਜਾਣਾ ਨਹੀਂ, ਇਹਦੀ ਮੌਤ ਹੋਣੀ ਨਹੀਂ, ਇਹਨੇ ਬਚ ਜਾਣਾ। ਪਰ ਵੇਖ ਪ੍ਰਮਾਤਮਾ ਦੀ ਮੌਜ ਵੀ ਜਿੱਥੇ ਲਿਖੀ ਹੈ ਨਾ ਉੱਥੇ ਉਹ ਲੈ ਜਾਂਦਾ, ਭਾਵੇਂ ਬਹਾਨਾ ਕੋਈ ਵੀ ਬਣ ਜਾਵੇ। ਹੁਣ ਮੈਂ ਉਸ ਨੂੰ ਉੱਥੋਂ ਲੈ ਕੇ ਜਾਵਾਂਗਾ। ਮਹਾਰਾਜ ਕਹਿਣ ਲੱਗੇ ਜਿਹਨੂੰ ਜਮ ਤੱਕ ਲਵੇ ਤੇ ਉਹ ਬਚ ਜਾਵੇ।
ਇਹ ਹੋ ਨਹੀਂ ਨਾ ਸਕਦਾ। ਕਈ ਲੋਕ ਕਹਿ ਦਿੰਦੇ ਮੈਨੂੰ ਰਾਤ ਨੂੰ ਸੁਪਨੇ ਵਿੱਚ ਜਮਦੂਤ ਦੀਦੇ, ਮੈਨੂੰ ਦਿਨੇ ਦੀਦੇ। ਜਮਦੂਤ ਤੈਨੂੰ ਦਿਸੇ ਨਹੀਂ, ਜਿੱਦਣ ਦਿਸ ਪਏ ਉਦੋਂ ਦੱਸਣ ਜੋਗਾ ਤੂੰ ਨਹੀਂ ਰਵੇਂਗਾ। ਜਿਹਨੂੰ ਦਿਸ ਪੈਂਦੇ ਨਾ ਉਹ ਦੱਸਣ ਜੋਗਾ ਨਹੀਂ ਰਹਿੰਦਾ ਦੁਨੀਆ ਨੂੰ ਵੀ ਮੈਨੂੰ ਜਮ ਦਿਸੇ ਸੀ। ਇਹ ਅਸੀਂ ਦੁਨੀਆ ਦੀ ਚਿੱਤਰਕਾਰੀ ਦੇਖਦੇ ਹਾਂ, ਟੈਲੀਵਿਜ਼ਨ 'ਤੇ ਨਾਟਕ ਵੇਖਦੇ ਹਾਂ, ਰਾਮਲੀਲਾ ਵੇਖਦੇ ਹਾਂ, ਉੱਥੇ ਵਿਖਾਇਆ ਜਾਂਦਾ ਵੀ ਜਮ ਇਸ ਤਰ੍ਹਾਂ ਦਾ ਹੋਵੇਗਾ। ਉਹੋ ਜਿਹੀ ਇੱਕ ਕਲਪਨਾ ਜੀ ਸਾਡੇ ਅੰਦਰ ਬਣ ਜਾਂਦੀ ਹੈ, ਤਸਵੀਰ ਬਣ ਜਾਂਦੀ ਹੈ। ਉਹੋ ਜਿਹਾ ਸੁਪਨੇ ਵਿੱਚ ਕੋਈ ਚਿਹਰਾ ਦਿਸ ਪਿਆ, ਸਾਨੂੰ ਲੱਗਿਆ ਮੈਨੂੰ ਤੇ ਜਮ ਦਿਸ ਪਿਆ। ਪਰ ਜਿਹਨੂੰ ਜਮ ਦਿਸਿਆ ਨਾ ਦੁਨੀਆ ਨੂੰ ਦੱਸ ਨਹੀਂ ਸਕਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਦੂਜੇ ਭਾਏ ਦੁੱਖ ਹੋਏ, ਜਿਹੜੇ ਦਵੈਤ ਵਿੱਚ ਪੈ ਜਾਂਦੇ। ਮਨਮੁਖ ਜਮ ਜੋਹਿਆ ਜੀਓ, ਉਹਨਾਂ ਮਨਮੁਖਾਂ ਨੂੰ ਫਿਰ ਜਮਦੂਤ ਦਿਸਦਾ। ਤੇ ਜਦੋਂ ਜਮਦੂਤ ਦਿਸ ਪੈਂਦਾ ਨਾ ਤੇ ਫਿਰ ਜਿੰਦ ਨਿਮਾਣੀ ਕੱਢੀਐ, ਹੱਡਾਂ ਕੂ ਕੜਕਾਏ। ਹੱਡੀਆਂ ਨੂੰ ਤੋੜ ਕੇ ਜਦੋਂ ਜਮ ਫਿਰ ਜਿੰਦ ਕੱਢਦਾ ਤੇ ਫਿਰ ਦੁੱਖ, ਉਹ ਦੁੱਖ ਦਾ ਵਰਣਨ ਕੋਈ ਨਹੀਂ ਕਰ ਸਕਦਾ ਵੀ ਦੁੱਖ ਕਿੰਨਾ ਹੋਵੇਗਾ। ਐਸੀ ਹਾਲਤ ਬਣ ਜਾਂਦੀ ਹੈ। ਪਾਤਸ਼ਾਹ ਕਹਿਣ ਲੱਗੇ ਮਨਮੁਖਾਂ ਨੂੰ ਐਸਾ ਦੁੱਖ ਹੁੰਦਾ ਜਦੋਂ ਜਮ ਆ ਕੇ ਤੱਕਦਾ ਹੈ, ਜਦੋਂ ਜਮ ਆ ਕੇ ਮਾਰਦਾ ਹੈ, ਉਸ ਦੁੱਖ ਦਾ ਵਰਣਨ ਕੋਈ ਨਹੀਂ ਕਰ ਸਕਦਾ। ਫਿਰ ਮਹਾਰਾਜ ਬਖਸ਼ਿਸ਼ ਕਰਦੇ ਹਨ। ਦੂਜੇ ਭਾਏ ਦੁੱਖ ਹੋਏ, ਮਨਮੁਖ ਜਮ ਜੋਹਿਆ ਜੀਓ। ਜਿਹੜੇ ਦਵੈਤ ਵਿੱਚ ਪੈਂਦੇ ਨੇ, ਈਰਖਾ ਵਿੱਚ ਪੈਂਦੇ ਨੇ, ਜਮ ਉਹਨਾਂ ਨੂੰ ਬੜੀ ਤਕੜੀ ਗੁਰਮੁਖੋ ਤਾੜਨਾ ਕਰਦਾ। ਤਾੜਨਾ ਤੋਂ ਭਾਵ ਸਜ਼ਾ ਦਿੰਦਾ ਹੈ। ਜਦੋਂ ਸਰੀਰ ਛੱਡ ਕੇ ਜਾਵੇਂਗਾ ਨਾ ਆਪਣਾ ਲੇਖਾ ਦੇਣ ਵਾਸਤੇ, ਧਰਮ ਰਾਏ ਜਬ ਲੇਖਾ ਮੰਗੈ, ਉੱਥੇ ਫਿਰ ਬੜੀ ਭਾਰੀ ਤੈਨੂੰ ਤਾੜਨਾ ਕੀਤੀ ਜਾਣੀ, ਤੈਨੂੰ ਸਜ਼ਾ ਦਿੱਤੀ ਜਾਣੀ ਹੈ। ਬਿਨਾਂ ਅਕਾਰਨ ਕਿਸੇ ਗੱਲ ਤੋਂ ਤੈਨੂੰ ਮਾਰ ਖਾਣੀ ਪਵੇਗੀ। ਇਸ ਕਰਕੇ ਕਿਸੇ ਨਾਲ ਈਰਖਾ ਨਾ ਕਰਿਆ ਕਰ। ਈਰਖਾ ਕਰਨ ਦੇ ਨਾਲ ਭਾਰੀ ਕਰੜੀ ਸਜ਼ਾ ਮਿਲਦੀ ਹੈ। ਹਾਏ ਹਾਏ ਕਰੇ ਦਿਨ ਰਾਤ, ਮਾਇਆ ਦੁੱਖ ਮੋਹਿਆ ਜੀਓ। ਮਾਇਆ ਦੇ ਮੋਹ ਦੇ ਵਿੱਚ ਦੁਖੀ ਹੋਇਆ। ਹਰੇਕ ਪਾਸੇ ਹੀ ਮਾਇਆ ਦਾ ਮੋਹ ਹੈ। ਭਾਵੇਂ ਉਹ ਸਾਡੀ ਜੇਬ ਵਾਲੇ ਪੈਸੇ ਨੇ, ਭਾਵੇਂ ਸਾਡੇ ਗਲ ਵਿੱਚ ਪਾਇਆ ਹੋਇਆ ਗਹਿਣਾ ਹੈ, ਭਾਵੇਂ ਸਾਡੇ ਗਲ ਵਿੱਚ ਪਾਏ ਹੋਏ ਕੱਪੜੇ ਨੇ, ਇਹ ਸਾਰੇ ਮਾਇਆ ਦਾ ਰੂਪ ਨੇ। ਇਕੱਲਾ ਰੁਪਈਏ ਨੂੰ ਮਾਇਆ ਨਹੀਂ ਸਮਝ ਲੈਣਾ। ਸਾਡਾ ਕੱਪੜਾ ਵੀ ਮਾਇਆ ਦਾ ਰੂਪ ਲੈ ਸਕਦਾ ਜੇ ਰੱਬ ਨੂੰ ਭੁਲਾ ਦੇਵੇ। ਸਾਡਾ ਕੱਪੜੇ ਨਾਲ ਹੀ ਮੋਹ ਪੈ ਜਾਵੇ। ਗਲ ਵਿੱਚ ਗਹਿਣਾ ਪਾਇਆ ਹੈ, ਜੇ ਗਹਿਣਾ ਰੱਬ ਨੂੰ ਭੁਲਾ ਦੇਵੇ, ਗਹਿਣੇ ਨਾਲ ਮੋਹ ਪੈ ਜਾਵੇ, ਉਹ ਗਹਿਣਾ ਵੀ ਮਾਇਆ ਹੋ ਜਾਂਦਾ ਹੈ। ਘਰ ਬੜਾ ਸੋਹਣਾ ਹੈ, ਆਉਣ ਜਾਣ ਵਾਲਾ ਵਹੀਕਲ ਬੜਾ ਸੋਹਣਾ ਹੈ, ਉਹਦੇ ਨਾਲ ਮੋਹ ਪੈ ਗਿਆ, ਉਹ ਪਦਾਰਥ ਮਾਇਆ ਹੋ ਗਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਾਇਆ ਦੁੱਖ ਮੋਹਿਆ, ਮਾਇਆ ਦੇ ਮੋਹ ਦੇ ਵਿੱਚ ਐਸਾ ਦੁਖੀ ਹੋਇਆ ਹੈ। ਹਾਏ ਹਾਏ ਕਰੇ ਦਿਨ ਰਾਤ, ਦਿਨੇ ਵੀ ਹਾਏ ਹਾਏ ਕਰਦਿਆਂ ਹੌਕੇ ਲੈਂਦਿਆਂ ਤਰਸਦਿਆਂ ਲੰਘ ਜਾਂਦੀ ਦਿਹਾੜੀ, ਰਾਤ ਪੈ ਜਾਂਦੀ ਹੈ, ਰਾਤ ਨੂੰ ਵੀ ਹਾਏ ਹਾਏ ਕਰਦਾ ਰਹਿੰਦਾ ਹੈ। ਦਿਨੇ ਹਾਏ ਹਾਏ ਕਰਕੇ ਲੋਕਾਂ ਦੀਆਂ ਬਦਦੁਆਵਾਂ ਲੈਂਦਾ, ਲੋਕਾਂ ਕੋਲੋਂ ਖੋ ਖੋ ਕੇ ਖਾਂਦਾ ਹੈ। ਰਾਤ ਨੂੰ ਫਿਰ ਆਪਣੀ ਕੀਤੀ ਹੋਈ ਕਰਤੂਤ ਵਾਸਤੇ ਹਾਏ ਹਾਏ ਕਰਕੇ ਬਿਮਾਰੀਆਂ ਵਿੱਚ ਪਿਆ ਹੋਇਆ, ਦੁੱਖਾਂ ਵਿੱਚ ਰਾਤ ਬਤੀਤ ਕਰਦਾ। ਦਿਨੇ ਵੀ ਹਾਏ ਹਾਏ ਹੁੰਦੀ ਹੈ, ਰਾਤ ਨੂੰ ਵੀ ਹਾਏ ਹਾਏ ਹੁੰਦੀ ਹੈ। ਦਿਨੇ ਦੂਜੇ ਵੱਲ ਵੇਖ ਕੇ ਜਰਦਾ ਨਹੀਂ, ਹਾਏ ਇਹਨੂੰ ਕਿਉਂ ਮਿਲਿਆ, ਮੈਂ ਕਿਉਂ ਰਹਿ ਗਿਆ। ਜੇ ਇਹਨੂੰ ਮਿਲਿਆ ਤੇ ਹੁਣ ਮੈਂ ਇਹਦੇ ਕੋਲੋਂ ਖੋਹ ਲਵਾਂਗਾ। ਦਿਨੇ ਵੀ ਹਾਏ ਹਾਏ ਕਰਦਾ, ਲੋਕਾਂ ਵੱਲ ਵੇਖ ਕੇ। ਰਾਤ ਨੂੰ ਮੰਜੇ 'ਤੇ ਪੈਂਦਾ, ਕਦੇ ਗੋਡਾ ਪੀੜ ਹੈ, ਕਦੇ ਮੋਢਾ ਪੀੜ ਹੈ, ਕਦੇ ਲੱਕ ਪੀੜ ਹੈ, ਕਦੇ ਕੋਈ ਬਿਮਾਰੀ ਹੈ, ਕਦੇ ਕੋਈ ਦੁੱਖ ਹੈ, ਕਦੇ ਕੋਈ ਚਿੰਤਾ ਹੈ। ਰਾਤ ਨੂੰ ਵੀ ਹਾਏ ਹਾਏ ਕਰਦਿਆਂ ਪਾਸੇ ਲੈਂਦਾ। ਮਾਇਆ ਦੇ ਮੋਹ ਵਿੱਚ ਫਸੇ ਹੋਏ ਜੀਵ ਦੀ ਐਸੀ ਹਾਲਤ ਹੋ ਰਹੀ ਹੈ। ਮਾਇਆ ਦੁੱਖ ਮੋਹਿਆ ਹਉ ਮੈਂ ਰੋਹਿਆ, ਮੇਰੀ ਮੇਰੀ ਕਰਤ ਵਿਹਾਵੈ। ਗੁਰੂ ਪਾਤਸ਼ਾਹ ਕਹਿਣ ਲੱਗੇ ਮਾਇਆ ਦੇ ਮੋਹ ਦੇ ਵਿੱਚ ਮੋਹਿਆ ਹੋਇਆ ਦੁਖੀ ਹੋ ਰਿਹਾ। ਇਹ ਜਿੰਨੇ ਦੁੱਖ ਸਾਨੂੰ ਲੱਗੇ ਹੋਏ ਨਾ, ਸਾਰੇ ਮਾਇਆ ਹੀ ਹੈ, ਸਾਰਿਆਂ ਦਾ ਮੁੱਢ। ਮਾਇਆ ਦੇ ਮੋਹ ਦੇ ਵਿੱਚ ਪਿਆ ਹੋਇਆ ਦੁਖੀ ਹੋ ਰਿਹਾ, ਤੇ ਨਾਲ ਹਉਮੈ ਵੀ ਹੈ। ਹਉਮੈ ਦਾ ਦੁੱਖ ਵੱਖਰਾ। ਮੇਰੇ ਵਰਗਾ ਸੋਹਣਾ ਕੋਈ ਨਹੀਂ, ਮੇਰੇ ਵਰਗਾ ਜਵਾਨ ਕੋਈ ਨਹੀਂ, ਮੇਰੇ ਵਰਗਾ ਪੜ੍ਹਿਆ ਕੋਈ ਨਹੀਂ, ਮੇਰੇ ਵਰਗਾ ਖਾਨਦਾਨ ਕੋਈ ਨਹੀਂ, ਮੇਰੇ ਵਰਗਾ ਸਿਆਣਾ ਕੋਈ ਨਹੀਂ। ਹਉਮੈ ਹੀ ਹੈ ਨਾ ਵੀ ਮੇਰੇ ਵਰਗਾ ਹੈ ਹੀ ਕੋਈ ਨਹੀਂ। ਹਉਮੈ ਤੋਂ ਭਾਵ ਹੁੰਦਾ ਗੁਰਮੁਖਾ ਹਉ ਮੈਂ,
ਵੀ ਬਸ ਮੈਂ ਹੀ ਮੈਂ ਆ ਜੋ ਕੁਝ ਹਾਂ, ਮੇਰੇ ਵਰਗਾ ਕੋਈ ਨਹੀਂ। ਇਹ ਵੱਡਾ ਭਾਰੀ ਹਉਮੈ ਦਾ ਦੁੱਖ ਹੈ। ਦੂਜਾ ਬਚਨ ਮਹਾਰਾਜ ਨੇ ਕੀਤਾ ਰੋਹਿਆ। ਰੋਹਿਆ ਤੋਂ ਭਾਵ ਹੁੰਦਾ ਰੋਹ, ਕ੍ਰੋਧ। ਇਹ ਕ੍ਰੋਧ ਵੀ ਇਹਨੂੰ ਟਿਕਣ ਨਹੀਂ ਦਿੰਦਾ, ਕ੍ਰੋਧ ਨਾਲ ਹਰ ਵੇਲੇ ਲੜਦਾ ਰਹਿੰਦਾ, ਦੂਜਿਆਂ ਨਾਲ ਝਗੜਾ ਕਰਦਾ। ਹਉਮੈ ਇਸ ਗੱਲ ਦੀ ਹੈ ਵੀ ਮੇਰੇ ਵਰਗਾ ਵੱਡਾ ਕੋਈ ਨਹੀਂ। ਕ੍ਰੋਧ ਇਸ ਗੱਲ ਦਾ ਹੈ ਕਿ ਮੇਰੇ ਵਰਗਾ ਬਣਨ ਦਾ ਯਤਨ ਕਿਉਂ ਕਰਦਾ ਪਿਆ, ਮੇਰੇ ਬਰਾਬਰ ਕਿਉਂ ਹੁੰਦਾ ਪਿਆ, ਮੇਰੇ ਵਰਗਾ ਕਿਉਂ ਦਿਸਦਾ ਹੈ, ਉਹਦੇ ਨਾਲ ਕ੍ਰੋਧ ਕਰਦਾ। ਮਾਇਆ ਦੁੱਖ ਮੋਹਿਆ, ਮਾਇਆ ਦੇ ਮੋਹ ਦੇ ਵਿੱਚ ਦੁਖੀ ਹੈ। ਹਉਮੈ ਰੋਹਿਆ, ਹਉਮੈ ਕਰਕੇ ਮੇਰੀ ਬਰਾਬਰੀ ਕੋਈ ਨਾ ਕਰ ਲਵੇ। ਰੋਹਿਆ ਕਹੀਏ ਕ੍ਰੋਧ ਕਰਦਾ ਹੈ। ਇਹਨਾਂ ਔਗਣਾਂ ਦੇ ਨਾਲ ਮੇਰੀ ਮੇਰੀ ਕਰਤ ਵਿਹਾਵੇ। ਇਹ ਵਸਤੂ ਮੇਰੀ ਹੈ, ਇਹ ਵਸਤੂ ਮੇਰੀ ਹੈ ਕਰਦਿਆਂ ਕਰਦਿਆਂ ਸਾਰੀ ਉਮਰਾਂ ਕੱਢ ਦਿੰਦਾ ਹੈ। ਇੱਕ ਸਮਾਂ ਆ ਜਾਂਦਾ ਜਦੋਂ ਕੁਝ ਵੀ ਨਾਲ ਨਹੀਂ ਲੈ ਕੇ ਤੁਰਿਆ। ਮੇਰੀ ਮੇਰੀ ਕਰਤੇ ਜਨਮ ਗਇਓ। ਦੁਨੀਆ ਦੇ ਵਿੱਚ ਬੜੇ ਬੜੇ ਰਾਜੇ, ਮਹਾਰਾਜੇ, ਚੱਕਰਵਰਤੀ, ਪਾਤਸ਼ਾਹ, ਸੋਨੇ ਦੀਆਂ ਥਾਲੀਆਂ ਵਿੱਚ ਰੋਟੀ ਖਾਣ ਵਾਲੇ, ਹੀਰਿਆਂ ਦਾ ਤਾਜ ਪਹਿਨਣ ਵਾਲੇ, ਪਰ ਕਹਿਣ ਲੱਗੇ ਨਾ ਹੀਰੇ ਨਾਲ ਗਏ, ਨਾ ਸੋਨੇ ਦੀਆਂ ਥਾਲੀਆਂ, ਤੇ ਨਾ ਹੀ ਉਹਨਾਂ ਦੇ ਸਾਰਾ ਇਕੱਠੇ ਕੀਤੇ ਪਦਾਰਥ। ਜਦੋਂ ਅੰਤ ਵੇਲਾ ਆਉਂਦਾ ਨਾ, ਉਸ ਵੇਲੇ ਪ੍ਰਸ਼ਾਦਾ ਵੀ ਕਹਿੰਦਾ ਵੀ ਛਕਣਾ ਨਹੀਂ, ਹੁਣ ਪਤਲੇ ਜਾਂ ਕਿਤੇ ਚੌਲ ਖਿਚੜੀ ਮਿਲ ਜਾਵੇ ਇਹੋ ਹੀ ਠੀਕ ਹੈ, ਮੈਨੂੰ ਰੋਟੀ ਹੁਣ ਹਜਮ ਨਹੀਂ ਹੁੰਦੀ ਹੈ। ਸਾਰੀ ਦੁਨੀਆ ਦੀ ਮਾਇਆ ਇਕੱਠੀ ਕਰਨ ਵਾਲਾ ਹੁਣ ਦੋ ਨਵਾਲੇ ਪ੍ਰਸ਼ਾਦੇ ਦੇ ਵੀ ਛਕ ਨਹੀਂ ਸਕਦਾ। ਰੱਬ ਇੱਥੇ ਇੰਨਾ ਵਿਖਾ ਦਿੰਦਾ ਵੀ ਆਹ ਹਾਲਤ ਹੋਈ ਹੈ, ਕਿੰਨਾ ਕੁਝ ਇਕੱਠਾ ਕੀਤਾ, ਹੁਣ ਕਰਕੇ ਤੇ ਖਾ ਕੇ ਵਿਖਾ। ਪਦਾਰਥ ਘਰ ਰਸੋਈ ਦੇ ਵਿੱਚ ਸਾਰੇ ਨੇ, ਘਿਓ ਦੀ ਕਮੀ ਨਹੀਂ ਹੈ, ਪਦਾਰਥਾਂ ਖਾਣ ਵਾਲਿਆਂ ਦੀ ਕਮੀ ਕੋਈ ਨਹੀਂ ਹੈ, ਬਣਾਉਣ ਵਾਲੇ ਨੌਕਰਾਂ ਚਾਕਰਾਂ ਦੀ ਕਮੀ ਕੋਈ ਨਹੀਂ ਹੈ। ਇੱਕ ਹੁਕਮ ਦੇਵੇ ਤੇ ਕਈ ਪਕਵਾਨ ਬਣ ਕੇ ਆ ਜਾਣਗੇ, ਪਰ ਉਹ ਕਈ ਪਕਵਾਨ ਖਾ ਕੇ ਤੇ ਵਿਖਾਵੇ। ਜੇ ਨਾਲ ਹੀ ਨਾ ਰੱਬ ਨੇ ਸੱਦਾ ਭੇਜਿਆ ਤੇ ਤਾਂ ਕਵੇ। ਸਾਰਾ ਕੁਝ ਹੁੰਦਿਆਂ ਹੋਇਆਂ ਫਿਰ ਖਾ ਵੀ ਨਹੀਂ ਸਕਦਾ। ਰੱਬ ਇੱਥੇ ਵਿਖਾ ਦਿੰਦਾ ਵੀ ਆਹ ਹੈ ਤੇਰੀ ਹਾਲਤ, ਪਰ ਸਾਰੀ ਉਮਰ ਬੰਦਾ ਇਹ ਗੱਲ ਕਹਿੰਦਾ ਰਹਿੰਦਾ ਮੇਰੀ ਮੇਰੀ, ਆਹ ਵਸਤੂ ਮੇਰੀ ਹੈ, ਘਰ ਮੇਰਾ ਆ, ਰਾਹ ਮੇਰਾ, ਪੁੱਤ ਪੋਤਰਾ ਪੜੋਤਰਾ ਮੇਰਾ। ਸਾਰੀ ਉਮਰਾਂ ਇਸੇ ਵਿੱਚ ਲੰਘਾ ਦਿੰਦਾ, ਉਮਰਾਂ ਲੰਘ ਜਾਂਦੀ ਪਰ ਮੇਰੀ ਮੇਰੀ ਮੁੱਕਦੀ ਨਹੀਂ ਹੈ। ਜੋ ਪ੍ਰਭ ਦੇ ਤਿਸ ਚੇਤਾ ਨਹੀਂ। ਜਿਸ ਪ੍ਰਮਾਤਮਾ ਨੇ ਦਿੱਤਾ ਹੈ ਨਾ ਸਾਨੂੰ ਛਕਣ ਵਾਸਤੇ, ਸਾਨੂੰ ਇਹ ਕੱਪੜੇ ਪਾਉਣ ਵਾਸਤੇ, ਉਹਨੂੰ ਕਦੇ ਵੀ ਬੰਦਾ ਚੇਤੇ ਨਹੀਂ ਕਰਦਾ, ਕਦੇ ਰੱਬ ਦਾ ਸ਼ੁਕਰਾਨਾ ਨਹੀਂ ਕਰਦਾ ਵੀ ਰੱਬਾ ਸ਼ੁਕਰ ਹੈ ਤੇਰਾ, ਤੂੰ ਮੈਨੂੰ ਨਿਵਾਲਾ ਦਿੱਤਾ ਛਕਣ ਵਾਸਤੇ। ਕਦੇ ਅਸੀਂ ਰੋਟੀ ਖਾਣ ਲੱਗੇ ਆਖਿਆ ਵੀ ਸਤਨਾਮ ਵਾਹਿਗੁਰੂ। ਅਨਪੜ੍ਹ ਬੰਦਾ ਵੀ ਤੇ ਕਹਿ ਲੈਂਦਾ ਨਾ। ਪਹਿਲੇ ਬਜ਼ੁਰਗ ਕਿਆ ਕਰਦੇ ਸਨ? ਪਹਿਲੇ ਬਜ਼ੁਰਗ ਸਨ ਅਨਪੜ੍ਹ, ਜਦੋਂ ਕਿਸੇ ਨੌ ਧੀ ਨੇ ਥਾਲੀ ਰੱਖਣੀ ਤਾਂ ਉਹਨਾਂ ਨੇ ਰੱਬ ਨੂੰ ਚੇਤੇ ਕਰਨਾ ਵੀ ਰੱਬਾ ਸ਼ੁਕਰ ਹੈ ਤੇਰਾ। ਅੱਜ ਤੇ ਗੁਰਮੁਖੋ ਸਾਡੀ ਮੋਬਾਈਲ ਹੀ ਜਾਨ ਨਹੀਂ ਛੱਡਦਾ। ਥਾਲੀ ਦੇ ਵਿੱਚ ਮੋਬਾਈਲ ਨਾਲ ਹੀ ਪਿਆ ਹੋਇਆ, ਬੁਰਕੀ ਮਗਰੋਂ ਮੂੰਹ ਵਿੱਚ ਜਾਂਦੀ ਹੈ, ਉਹਦੇ ਵੱਲ ਧਿਆਨ ਪਹਿਲਾਂ ਹੈ। ਰੱਬ ਦਾ ਸ਼ੁਕਰ ਕਿੱਥੇ ਰਹਿ ਗਿਆ? ਤਾਂ ਹੀ ਸ਼ਾਂਤੀ ਨਹੀਂ। ਅੱਜ ਕੱਲ੍ਹ ਤੇ ਬੱਚੇ ਨਿੱਕੇ ਨਿੱਕਿਆਂ ਨੂੰ ਮੋਬਾਈਲ ਫੜਾ ਦਿੱਤਾ ਜਾਂਦਾ ਵੀ ਇਹ ਸਾਨੂੰ ਤੰਗ ਨਾ ਕਰੇ, ਲੱਗਾ ਰਵੇ ਇਹਦੇ ਵਿੱਚ। ਬੱਚੇ ਦਾ ਧਿਆਨ ਮੋਬਾਈਲ ਵਿੱਚ ਹੈ, ਮਾਂ ਉਹਦੇ ਮੂੰਹ ਵਿੱਚ ਬੁਰਕੀ ਪਾਉਂਦੀ ਹੈ, ਉਹ ਤਾਂ ਰੋਟੀ ਖਾਂਦਾ। ਬੱਚੇ ਕਈਆਂ ਦੀ ਆਦਤ ਇਹੋ ਜਿਹੀ ਬਣ ਗਈ ਹੈ, ਘਰਾਂ ਦੇ ਵਿੱਚ ਵੀ ਬੱਚਾ ਉਹਨਾਂ ਚਿਰ ਰੋਟੀ ਨਹੀਂ ਖਾਂਦਾ ਜਿੰਨਾ ਚਿਰ ਉਹਨੂੰ ਤੁਸੀਂ ਹੱਥ ਵਿੱਚ ਮੋਬਾਈਲ ਨਹੀਂ ਫੜਾਉਂਦੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਸ ਪਰਮਾਤਮਾ ਨੇ ਤੈਨੂੰ ਰਿਜ਼ਕ ਦਿੱਤਾ ਹੈ, ਭੋਜਨ ਦਿੱਤਾ ਹੈ, ਸੋਹਣੇ ਕੱਪੜੇ ਦਿੱਤੇ, ਸੋਹਣਾ ਘਰ ਦਿੱਤਾ, ਮੁਖ ਪਿਆਓ ਬੈਠ ਕੋ ਜ਼ੈਨ, ਤੈਨੂੰ ਰਿਸ਼ਤੇਦਾਰ ਦਿੱਤੇ, ਬੰਦਿਆ ਤੂੰ ਕਦੇ ਉਹਨੂੰ ਚੇਤੇ ਨਹੀਂ ਕੀਤਾ ਵੀ ਰੱਬਾ ਸ਼ੁਕਰ ਹੈ ਤੇਰਾ, ਤੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਆ ਕੇ ਮੇਰੀ ਮਦਦ ਕਰਦਾ ਪਿਆ। ਬੁੱਢਾ ਹੋ ਜਾਂਦਾ ਨਾ ਤੇ ਪੁੱਤਰ ਧੀਆਂ ਚੁੱਕ ਕੇ ਇਹਦਾ ਪਾਸਾ ਥੱਲਦੇ, ਪੁੱਤਰ ਧੀਆਂ ਇਹਦੇ ਮੂੰਹ ਵਿੱਚ ਰੋਟੀ ਪਾਉਂਦੇ, ਇਹ ਬਿਮਾਰ ਸ਼ਿਮਾਰ ਹੋ ਜਾਵੇ ਝਾਟੀ ਨੂੰ ਦਵਾਈ ਦਵਾ ਕੇ ਲਿਆਉਂਦੇ। ਪਰ ਇਹ ਮੋਹ ਦੇ ਵਿੱਚ ਫਿਰ ਵੀ ਨਹੀਂ ਵੇਖ ਸਕਿਆ ਵੀ ਇਹ ਸਭ ਕੁਝ ਕਰਵਾਉਂਦਾ ਪ੍ਰਮਾਤਮਾ ਹੀ ਪਿਆ। ਉਹੀ ਮੇਰੇ ਰਿਸ਼ਤੇਦਾਰ ਦੇ ਰੂਪ ਦੇ ਵਿੱਚ, ਪੁੱਤਰ ਦੇ ਰੂਪ ਦੇ ਵਿੱਚ, ਧੀ ਦੇ ਰੂਪ ਦੇ ਵਿੱਚ ਆ ਕੇ ਅਜੇ ਵੀ ਮੇਰੀ ਉਹ ਸੇਵਾ ਕਰਾਉਂਦਾ ਪਿਆ। ਕਦੇ ਸ਼ੁਕਰਾਨਾ ਫਿਰ ਵੀ ਨਹੀਂ ਕੀਤਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜੋ ਪ੍ਰਭ ਦੇ ਤਿਸ ਚੇਤੈ ਨਾਹੀ। ਜਿਹੜਾ ਰੱਬ ਸਭ ਕੁਝ ਦਿੰਦਾ ਹੈ
ਬੰਦਾ ਕਦੇ ਉਹਨੂੰ ਚੇਤੇ ਨਹੀਂ ਕਰਦਾ, ਕਦੇ ਉਹਦਾ ਸ਼ੁਕਰਾਨਾ ਨਹੀਂ ਕਰਦਾ, ਕਦੇ ਉਹਦਾ ਧੰਨਵਾਦ ਨਹੀਂ ਕਹਿੰਦਾ ਹੈ। ਅੰਤ ਗਿਆ ਪਛਤਾਵਾ। ਗੁਰਮੁਖੋ ਜਦੋਂ ਅੰਤ ਆ ਗਿਆ ਨਾ ਤੇ ਫਿਰ ਦੁਨੀਆ ਤੋਂ ਜਾਣਾ ਪੈਣਾ। ਭਾਵੇਂ ਅਸੀਂ ਯਤਨ ਜਿੰਨੇ ਮਰਜ਼ੀ ਕਰ ਲਈਏ ਵੀ ਮੈਂ ਦੁਨੀਆ ਤੋਂ ਨਾ ਜਾਵਾਂ, ਮੈਂ ਜਵਾਨ ਲੱਗਾ, ਮੈਂ ਚੰਗੀ ਖੁਰਾਕ ਖਾ ਲਵਾਂ, ਜਿੰਨਾ ਮਰਜ਼ੀ ਜਵਾਨ ਲੱਗ ਲੈ, ਜਿੰਨੀ ਮਰਜ਼ੀ ਚੰਗੀ ਖੁਰਾਕ ਖਾ ਲੈ, ਜਿੰਨੇ ਮਰਜ਼ੀ ਪਰਹੇਜ਼ ਕਰ ਲੈ, ਇਹ ਦੁਨੀਆ ਤੋਂ ਜਾਣਾ ਹੀ ਜਾਣਾ ਹੈ। ਵੱਡੇ ਵੱਡੇ ਵੈਦ ਤੇ ਹਕੀਮ ਨਹੀਂ ਰਹੇ ਦੁਨੀਆ ਤੇ, ਵੱਡੇ ਵੱਡੇ ਡਾਕਟਰ ਨਹੀਂ ਰਹੇ। ਇਹ ਦੁਨੀਆ ਦਾ ਸਫ਼ਰ ਜਦੋਂ ਮੁੱਕਦਾ ਉਦੋਂ ਕੁਝ ਨਹੀਂ ਕੰਮ ਆਵੇਗਾ। ਮਹਾਰਾਜ ਕਹਿਣ ਲੱਗੇ ਅੰਤ ਗਿਆ। ਅੰਤ ਵੇਲੇ ਸਮਾਂ ਉਹ ਆ ਜਾਣਾ ਜਦੋਂ ਦੁਨੀਆ ਤੋਂ ਗਿਆ, ਚਲਾ ਗਿਆ। ਨਾਮ ਦੇ ਅੱਗੇ ਲੱਗ ਗਿਆ ਸਵਰਗਵਾਸੀ, ਭਾਵੇਂ ਕਿ ਉਹ ਸਵਰਗਵਾਸੀ ਨਹੀਂ ਹੋਇਆ, ਨਰਕਵਾਸੀ ਹੋਇਆ। ਪਰ ਕਿਹੜਾ ਕਵੇ ਨਰਕਵਾਸੀ ਲੜਾਈ ਕੌਣ ਮੁੱਲ ਲਵੇ, ਉਹਦੇ ਅੱਗੇ ਨਾਮ ਦੇ ਲੱਗ ਗਿਆ ਸਵਰਗਵਾਸੀ। ਤੇ ਜਿਹਨੂੰ ਸਵਰਗਵਾਸੀ ਕਹਿੰਦੇ ਪਿਆ ਨਾ, ਉਹ ਜਮਾਂ ਦੇ ਦਰ ਤੇ ਜਾ ਕੇ ਮਾਰ ਖਾ ਕੇ ਤੇ ਪਛਤਾਉਂਦਾ ਪਿਆ। ਉਹਨੂੰ ਜਮਾਂ ਦੀ ਮਾਰ ਪੈਂਦੀ ਪਈ ਐ। ਅਸੀਂ ਆਖਦੇ ਵੀ ਸਾਡਾ ਸਵਰਗਵਾਸੀ ਹੋ ਗਿਆ, ਹੁਣ ਬੁੱਢਾ ਵੱਡਾ ਕਰਾਂਗੇ। ਅਸੀਂ ਵੱਡਾ ਕਰਨ ਦੀ ਸੋਚਦੇ ਪਏ ਆ, ਜਾਮ ਉਧਰ ਲੰਮਾ ਪਾ ਕੇ ਬੈਠੇ ਤੇ ਫਿਰ ਪਛਤਾਵਾ ਹੁੰਦਾ, ਉੱਥੇ ਪਛਤਾਉਂਦਾ ਪਿਆ ਵੀ ਇਹ ਮੈਂ ਕੀ ਕਰਮ ਕਰਕੇ ਆਇਆ ਜੋ ਇੰਨੀ ਮਾਰ ਪੈਂਦੀ ਹੈ। ਬਿਨਾਵਾ ਕੋ ਸਾਥ ਨਾ ਚਾਲੈ। ਸਤਿਗੁਰਾਂ ਨੂੰ ਪੁੱਛਿਆ ਮਹਾਰਾਜ ਕੀ ਕਰੀਏ। ਮਹਾਰਾਜ ਕਹਿਣ ਲੱਗੇ ਨਾਮ ਤੋਂ ਬਿਨਾ ਕੁਝ ਵੀ ਨਾਲ ਨਹੀਂ ਜਾਣਾ। ਨਾਮ ਜਪਿਆ ਹੈ ਨਾ, ਉਹ ਤੇਰੀ ਕਮਾਈ ਇਹੋ ਜਿਹੀ ਹੈ, ਬਿਲਕੁਲ ਤੇਰੇ ਨਾਮ ਹੁੰਦੀ ਗਈ ਹੈ। ਜਿੰਨੇ ਤੂੰ ਪਾਠ ਕੀਤੇ, ਜਿੰਨੇ ਤੂੰ ਮੂਲ ਮੰਤਰ ਜਪੇ, ਜਿੰਨੀ ਤੂੰ ਬਾਣੀ ਸੁਣੀ ਹੈ, ਤੇਰੇ ਅਕਾਊਂਟ ਦੇ ਵਿੱਚ ਪੈਂਦੀ ਜਾਂਦੀ ਹੈ ਨਾਲ ਦੀ ਨਾਲ। ਦੁਨੀਆ ਛੱਡ ਕੇ ਤੁਰੇਗਾ, ਸਰੀਰ ਤੇ ਇੱਥੇ ਰਹਿ ਜਾਏਗਾ। ਜੇ ਸਰੀਰ ਰਹਿ ਗਿਆ ਤੇ ਕੱਪੜਾ, ਗਹਿਣਾ, ਘਰ-ਬਾਰ ਸਭ ਕੁਝ ਰਹਿ ਜਾਣਾ, ਕਿਉਂਕਿ ਸਭ ਕੁਝ ਸਰੀਰ ਨਾਲ ਹੀ ਹੈ ਨਾ। ਪਰ ਉਹ ਜਿਹੜਾ ਨਾਮ ਜਪਿਆ ਹੋਇਆ ਨਾ, ਉਹ ਤੇਰੇ ਨਾਲ ਜ਼ਰੂਰ ਜਾਏਗਾ। ਮਹਾਰਾਜ ਕਹਿਣ ਲੱਗੇ ਬਿਨ ਨਾਵੈ, ਨਾਮ ਤੋਂ ਬਿਨਾ ਸਾਥ ਨਾ ਚੱਲੈ, ਤੇਰੇ ਨਾਲ ਕਿਸੇ ਨੇ ਨਹੀਂ ਜਾਣਾ। ਜਦੋਂ ਮਹਾਰਾਜ ਨੇ ਇਹ ਗੱਲ ਕਹੀ ਤੇ ਸਾਡੇ ਕੋਲ ਸਵਾਲ ਆ ਗਿਆ ਵੀ ਕਿਉਂ ਨਹੀਂ ਜਾਣਾ। ਮੇਰੇ ਕੋਲ ਪੁੱਤਰ ਨੇ, ਮੇਰੀ ਘਰਵਾਲੀ ਹੈ, ਮੇਰੇ ਰਿਸ਼ਤੇਦਾਰ ਨੇ। ਤੇ ਸਤਿਗੁਰੂ ਫਿਰ ਅੱਗੇ ਸਮਝਾਉਂਦੇ ਹਨ, ਪੁੱਤਰ ਕਲੱਤਰ ਮਾਇਆ ਧੋਇਆ। ਜਿਹੜੇ ਪੁੱਤਰਾਂ ਦੀ ਤੂੰ ਗੱਲ ਕਰਦਾ ਨਾ, ਪੁੱਤਰਾਂ ਨੇ ਤੇਰਾ ਮੰਜਾ ਚੁੱਕ ਕੇ ਸ਼ਮਸ਼ਾਨ ਤੱਕ ਹੀ ਲੈ ਕੇ ਜਾਣਾ, ਪਰ ਸ਼ਮਸ਼ਾਨ ਤੋਂ ਅੱਗੇ ਨਾਲ ਪੁੱਤਰ ਨਹੀਂ ਜਾਣਗੇ। ਤੇ ਕਲੱਤਰ ਨਾਮ ਗੁਰਮੁਖੋ ਇਸਤਰੀ ਦਾ, ਘਰਵਾਲੀ। ਦੇਹੁਰੀ ਬੈਠੀ ਮਾਤਾ ਰੋਵੇ, ਖਟਿਆ ਲੈ ਗਏ ਭਾਈ। ਮਾਂ ਜਿਹੜੀ ਹੈ ਨਾ, ਪੁੱਤਰ ਮਰ ਗਿਆ, ਉਹਨੂੰ ਨਵਾਇਆ ਗਿਆ, ਧੁਆਇਆ ਗਿਆ, ਕੱਪੜੇ ਪਾਏ ਗਏ। ਮੰਜਾ ਜਦੋਂ ਚੁੱਕਣ ਲੱਗੇ ਨਾ ਭਰਾ, ਤੇ ਮਾਂ ਨੇ ਢਾਹ ਮਾਰੀਆਂ, ਰੋਂਦੀ ਪਿੱਟਦੀ, ਪਰ ਆਈ ਦਰਵਾਜ਼ੇ ਤੱਕ ਹੀ ਹੈ। ਦੇਹੁਰੀ ਬੈਠੀ ਮਾਤਾ ਰੋਵੇ, ਮਾਂ ਦਰਵਾਜ਼ੇ ਤੱਕ ਰੋਂਦੀ ਰੋਂਦੀ ਆਈ ਹੈ। ਖਟਿਆ ਲੈ ਗਏ ਭਾਈ, ਭਰਾਵਾਂ ਨੇ ਮੁਰਦੇ ਨੂੰ ਚੁੱਕਿਆ ਮੰਜੇ ਦੇ ਉੱਪਰ ਤੇ ਉਹ ਮੰਜਾ ਲੈ ਕੇ ਸ਼ਮਸ਼ਾਨ ਨੂੰ ਤੁਰ ਗਏ। ਤੇ ਮਰਹਟ ਸਭ ਲਗ ਲੋਕ ਕੁਟੰਬ ਸਭ ਆਗੇ ਹੰਸ ਅਕੇਲਾ ਜਾਈ। ਸ਼ਮਸ਼ਾਨ ਤੱਕ ਚਾਚੇ, ਮਾਮੇ, ਤਾਏ, ਫੁੱਫੜ ਜੋ ਵੀ ਹੈ ਭਰਾ ਜਾਣਗੇ ਜ਼ਰੂਰ। ਲੋਕ ਲੱਜਾ, ਲੋਕ ਆਖਣਗੇ ਵੀ ਇਹ ਨਾਲ ਨਹੀਂ ਗਿਆ, ਪਰ ਉਹਦੇ ਤੋਂ ਅੱਗੇ ਲੋਕਾਂ ਨੇ ਵੀ ਕੁਝ ਨਹੀਂ ਕਹਿਣਾ, ਅੱਗੇ ਫਿਰ ਇਕੱਲਾ ਹੀ ਜਾਂਦਾ। ਮਹਾਰਾਜ ਕਹਿਣ ਲੱਗੇ ਪੁੱਤਰ ਕਲੱਤਰ, ਨਾ ਪੁੱਤਰ ਨੇ ਨਾਲ ਜਾਣਾ, ਨਾ ਕਲੱਤਰ ਇਸਤਰੀ ਨੇ ਨਾਲ ਜਾਣਾ, ਘਰਵਾਲੀ ਵੀ ਨਾਲ ਨਹੀਂ ਜਾਏਗੀ, ਔਰ ਘਰਵਾਲੀ ਦੇ ਨਾਲ ਘਰਵਾਲਾ ਨਹੀਂ ਜਾਏਗਾ। ਦੋਨੇ ਹੀ ਨਹੀਂ ਜਾਣਗੇ ਇੱਕ ਦੂਜੇ ਦੇ ਨਾਲ। ਇੱਥੇ ਇੱਕ ਦੀ ਗੱਲ ਨਹੀਂ ਹੈ, ਦੋਨਾਂ ਦੀ ਗੱਲ ਹੈ। ਦੁਨੀਆ ਤੋਂ ਪਤੀ ਨਾਲ ਪਤਨੀ ਨਹੀਂ, ਔਰ ਪਤਨੀ ਨਾਲ ਪਤੀ ਨਹੀਂ ਜਾਂਦਾ। ਵੈਸੇ ਸਹੁਰੇ ਪੇਕੇ ਜਾਣਾ ਹੋਵੇ ਤੇ ਆਖਦਾ ਵੀ ਮੈਂ ਤੇਰੇ ਬਿਨਾਂ ਨਹੀਂ ਜਾਣਾ, ਤੈਨੂੰ ਨਾਲ ਹੀ ਲੈ ਕੇ ਜਾਵਾਂਗਾ, ਤੇਰੇ ਨਾਲ ਹੀ ਮੇਰੀ ਪੁੱਛਗਿੱਛ ਹੋਣੀ ਹੈ। ਪਰ ਜਦੋਂ ਰੱਬ ਦੇ ਘਰ ਜਾਣਾ ਨਾ, ਉਦੋਂ ਨਹੀਂ ਨਾ ਕੋਈ ਪੁੱਛਦਾ ਤੇ ਨਾ ਕੋਈ ਨਾਲ ਜਾਂਦਾ, ਉਦੋਂ ਇਕੱਲਿਆਂ ਹੀ ਜਾਣਾ ਪੈਂਦਾ। ਮਹਾਰਾਜ ਕਹਿਣ ਲੱਗੇ ਪੁੱਤਰ ਕਲੱਤਰ ਮਾਇਆ ਧੋਇਆ, ਇਹ ਨਾਲ ਨਹੀਂ ਜਾਣਗੇ। ਤੇ ਕਲੱਤਰ ਦਾ ਦੂਜਾ ਅਰਥ ਵਿਦਵਾਨ ਇਹ ਕਰਦੇ ਨੇ ਵੀ ਜਿਹੜੀ ਇਸਤਰੀ ਹੈ ਉਹਦੇ ਤੋਂ ਅੱਗੇ ਵਧਿਆ ਪਰਿਵਾਰ। ਜਿਵੇਂ ਮੰਨ ਲਓ ਪੁੱਤਰ ਹੈ ਜਾਂ ਧੀ ਹੈ, ਜਾਂ ਅੱਗੇ ਪੋਤਰਾ ਹੈ, ਪੜੋਤਰਾ ਹੈ, ਦੋਤਰਾ ਹੈ, ਜੋ ਵੀ ਇਸਤਰੀ ਤੋਂ ਅੱਗੇ ਪਰਿਵਾਰ ਬਣਿਆ, ਉਹਦੇ ਵਿੱਚੋਂ ਕੋਈ ਤੇਰੇ ਨਾਲ ਨਹੀਂ ਜਾਏਗਾ।
ਭਾਵੇਂ ਕਿ ਤੇਰੇ ਕਿੰਨੇ ਰਿਸ਼ਤੇਦਾਰ, ਕਿੰਨਾ ਵੱਡਾ ਖਾਨਦਾਨ ਹੋਵੇ, ਪਰ ਵੱਡੇ ਖਾਨਦਾਨ ਵਾਲਿਆ, ਬਿਨ ਨਾਵੈ ਕੋ ਸਾਥ ਨਾ ਚੱਲੈ। ਨਾਮ ਤੋਂ ਬਿਨਾ ਕਿਸੇ ਨੇ ਨਹੀਂ ਉਹ ਨਾਲ ਜਾਣਾ। ਹੁਣ ਗੁਰਮੁਖੋ ਸਿੱਧੇ ਸ਼ਬਦ ਪੰਜਾਬੀ ਦੇ ਮਹਾਰਾਜ ਦੇ ਸਾਨੂੰ ਸਮਝ ਪੈਂਦੇ ਪਏ। ਜੇ ਫਿਰ ਵੀ ਨਾ ਸਮਝੇ ਤੇ ਫਿਰ ਜਮਾ ਨੇ ਵੀ ਗੁਰਮੁਖੋ ਡੰਡੇ ਨੂੰ ਤੇਲ ਲਾਇਆ ਹੀ ਹੋਇਆ, ਉਡੀਕ ਸਾਡੀ ਕਰਦੇ ਪਿਆ ਵੀ ਆ ਜਾ। ਜੇ ਹਾਲੇ ਵੀ ਬਚਨ ਨਾ ਸਮਝੇ ਤੇ ਫਿਰ ਮਾਰ ਖਾਣ ਵਾਸਤੇ ਜਮ ਵੀ ਤਿਆਰ ਹੀ ਬੈਠੇ ਨੇ ਮਾਰਨ ਵਾਸਤੇ। ਮਹਾਰਾਜ ਕਹਿਣ ਲੱਗੇ, ਪੁੱਤਰ ਕਲੱਤਰ ਮਾਇਆ ਧੋਇਆ। ਇਹ ਮਾਇਆ ਜਿਹੜੀ ਹੈ ਨਾ, ਚਲੋ ਮੰਨ ਲਓ ਪੁੱਤਰ ਤੇ ਜਿਉਂਦਿਆਂ ਵੀ ਕਈਆਂ ਦੇ ਛੱਡ ਜਾਂਦੇ, ਘਰ ਵਾਲੀ ਵੀ ਛੱਡ ਜਾਂਦੀ, ਤਲਾਕ ਹੋ ਜਾਂਦੇ, ਮੀਆਂ ਬੀਵੀ ਵੱਖਰੇ ਹੋ ਜਾਂਦੇ, ਪੁੱਤਰ ਵੀ ਛੱਡ ਜਾਂਦੇ, ਅਨਾਥ ਆਸ਼ਰਮ ਬਣ ਗਿਆ, ਬੜਾ ਕੁਝ ਬਣ ਗਿਆ, ਰਿਸ਼ਤੇਦਾਰੀਆਂ ਤੇ ਜਿਉਂਦਿਆਂ ਛੱਡ ਜਾਂਦੀਆਂ। ਪਰ ਬੰਦੇ ਨੇ ਮਾਇਆ ਨੂੰ ਆਪਣੇ ਘੁੱਟ ਕੇ ਸੀਨੇ ਨਾਲ ਲਾਇਆ ਵੀ ਇਹ ਜੇ ਕੋਈ ਨਾ ਰਹੇਗਾ ਤੇ ਮਾਇਆ ਮੇਰੇ ਕੋਲ ਹੋਵੇ। ਜਾਂ ਇਹ ਵੀ ਮਨ ਵਿੱਚ ਵਿਚਾਰ ਹੁੰਦਾ ਵੀ ਜੇ ਮੇਰੇ ਕੋਲ ਪੈਸੇ ਹੋਏ ਤੇ ਪੁੱਤਰ ਧੀਆਂ ਮੇਰੇ ਲਾਗੇ ਲੱਗੇ ਰਹਿਣਗੇ, ਮੈਂ ਇਹਨਾਂ ਦੇ ਘਰ ਨਾ ਨਹੀਂ ਕਰਾਉਣਾ ਜਿੰਨਾ ਚਿਰ ਮੈਂ ਜਿਉਂਦਾ, ਮੈਂ ਜ਼ਮੀਨ ਇਹਨਾਂ ਦੇ ਨਾਲ ਨਹੀਂ ਕਰਾਵਾਂਗਾ, ਨੋਹਾਂ ਨੇ ਕੱਲ ਨੂੰ ਸੇਵਾ ਨਹੀਂ ਕਰਨੀ। ਬੰਦਾ ਬੜੇ ਯਤਨ ਕਰਦਾ ਵੀ ਮੇਰੀ ਸੇਵਾ ਹੋਵੇ ਅੰਤ ਵੇਲੇ। ਚਲੋ ਰਿਸ਼ਤੇਦਾਰੀ ਕਰਕੇ ਨਹੀਂ ਮੈਨੂੰ ਸਮਝਣਗੇ, ਮੇਰੇ ਕੋਲ ਧਨ ਹੋਵੇਗਾ, ਜ਼ਮੀਨ ਹੋਵੇਗੀ ਤਾਂ ਤੇ ਸਮਝਣਗੇ ਨਾ। ਮਹਾਰਾਜ ਕਹਿਣ ਲੱਗੇ, ਕਿਹੜੇ ਦਾਅਵੇ ਕਰਦਾ ਮਾਇਆ ਧੋਇਆ। ਮਾਇਆ ਤੇ ਸਭ ਤੋਂ ਵੱਡਾ ਛਲ ਕਰਨ ਵਾਲੀ, ਜਿਹਨੇ ਸਾਰੀ ਉਮਰ ਤੇਰੇ ਨਾਲ ਛਲ ਕੀਤਾ, ਜਿਸ ਮਾਇਆ ਨੇ ਤੈਨੂੰ ਰੱਬ ਵਾਲੇ ਪਾਸੇ ਲੱਗਣ ਹੀ ਨਹੀਂ ਦਿੱਤਾ, ਤੈਨੂੰ ਸੰਸਾਰ ਵਾਲੇ ਪਾਸੇ ਮੋੜ ਕੇ ਜਿਸ ਮਾਇਆ ਨੇ ਰੱਖਿਆ, ਅਜੇ ਵੀ ਤੂੰ ਉਸ ਮਾਇਆ ਤੇ ਵਿਸ਼ਵਾਸ ਕਰਦਾ ਪਿਆ ਵੀ ਇਹ ਮੇਰਾ ਸਾਥ ਨਿਭਾਏਗੀ। ਮੂਰਖ ਬੰਦਾ ਸੱਪ ਦੀ ਖੁੱਡ ਵਿੱਚ ਇੱਕ ਵਾਰੀ ਹੱਥ ਪਾਉਂਦਾ ਤੇ ਮਾਂ ਮੂਰਖ ਜਿਹੜਾ ਦੂਜੀ ਵਾਰੀ ਵੀ ਪਾਉਂਦਾ, ਤੇ ਜਿਹੜਾ ਬਿਲਕੁਲ ਹੀ ਹੋਵੇ ਨਾ ਮੂਰਖ ਉਹ ਤੀਜੀ ਵਾਰੀ ਵੀ ਪਾ ਬਹਿੰਦਾ। ਮਾਇਆ ਤੇ ਇੱਕ ਵਾਰੀ ਵਿਸ਼ਵਾਸ ਕੀਤਾ, ਦੂਜੀ ਵਾਰੀ ਤੇ ਨਾ ਕਰ ਵੀ ਇਸ ਮਾਇਆ ਨੇ ਮੇਰਾ ਸਾਰਾ ਜੀਵਨ ਹੀ ਖਾ ਲਿਆ। ਪਰ ਹੁਣ ਦੂਜੀ ਵਾਰੀ ਫਿਰ ਵਿਸ਼ਵਾਸ ਕਰਕੇ ਬੈਠਾ ਵੀ ਇਹ ਮੇਰੀ ਸੇਵਾ ਕਰਵਾਵੇਗੀ। ਤੇਰੇ ਕੋਲ ਤੇ ਕੁਝ ਜਗੀਰਾਂ ਹੋ ਸਕਦੀਆਂ, ਕੁਝ ਧਨ ਹੋ ਸਕਦਾ। ਸ਼ਾਹਜਹਾਨ ਬਾਦਸ਼ਾਹ ਹਿੰਦੁਸਤਾਨ ਦਾ ਮਾਲਕ ਹੈ, ਪਤਾ ਨਹੀਂ ਖਜ਼ਾਨੇ ਕਿੰਨੇ ਕੁ ਭਰੇ ਪਏ, ਹੀਰਿਆਂ ਦੇ, ਮੋਤੀਆਂ ਦੇ, ਜਵਾਹਰਾਤ ਦੇ, ਸੋਨੇ ਚਾਂਦੀ ਦੇ, ਕਮੀ ਕੋਈ ਨਹੀਂ ਹੈ। ਪੂਰੇ ਹਿੰਦੁਸਤਾਨ ਦਾ ਰਾਜਾ ਹੈ। ਅੱਜ ਆਪਾਂ ਕਹਿ ਦਿੰਦੇ ਹਾਂ ਭਾਰਤ ਇੰਡੀਆ, ਇਹ ਤੇ ਛੋਟਾ ਹੋ ਗਿਆ ਨਾ। ਹਿੰਦੁਸਤਾਨ ਦਾ ਰਾਜ ਬੜਾ ਵੱਡਾ ਸੀ। ਬੰਗਾਲ ਵਰਗੇ ਦੇਸ਼, ਪਾਕਿਸਤਾਨ ਵਰਗੇ ਦੇਸ਼, ਅਫਗਾਨਿਸਤਾਨ ਵਰਗੇ ਦੇਸ਼ ਇਹਦੇ ਨਾਲ ਜੁੜਦੇ। ਐਡਾ ਵੱਡਾ ਹਿੰਦੁਸਤਾਨ ਤੇ ਇਹਦਾ ਰਾਜਾ ਸ਼ਾਹਜਹਾਨ ਬਾਦਸ਼ਾਹ। ਪਰ ਕਹਿਣ ਲੱਗੇ ਅੰਤ ਵੇਲੇ ਨਾ ਪ੍ਰਸ਼ਾਦਾ ਵੀ ਛਕਣਾ ਬੰਦ ਕਰ ਦਿੱਤਾ, ਵੀ ਰੋਟੀ ਵੀ ਇਹਨੂੰ ਨਹੀਂ ਦੇਣੀ, ਪਾਣੀ ਵੀ ਨਹੀਂ ਦੇਣਾ। ਜਿਵੇਂ ਪਸ਼ੂ ਚਰਦੇ ਨੇ ਨਾ ਮੂੰਹ ਦੇ ਨਾਲ, ਛੋਲਿਆਂ ਦੇ ਖੇਤ ਨੂੰ ਮੂੰਹ ਦੇ ਨਾਲ ਪਸ਼ੂਆਂ ਵਾਂਗ ਚਰਦਾ ਤੇ ਨਾਲੇ ਰੋਂਦਾ ਵੀ ਮੈਂ ਹਿੰਦੁਸਤਾਨ ਦਾ ਬਾਦਸ਼ਾਹ ਤੇ ਡੰਗਰਾਂ ਦੇ ਵਾਂਗ ਪਸ਼ੂਆਂ ਵਾਂਗ ਅੱਜ ਚਰਦਾ ਪਿਆ। ਤੂੰ ਤੇ ਕੁਝ ਜਗੀਰਾਂ ਬਣਾ ਕੇ ਬੈਠਾ, ਇੱਥੇ ਤੇ ਬਾਦਸ਼ਾਹ ਲੋਕਾਂ ਨੇ ਰੋਂਦੇ ਵੇਖੇ ਨੇ। ਮਾਇਆ ਬੜਾ ਵੱਡਾ ਛਲ ਕਰਨ ਵਾਲੀ ਹੈ, ਪਤਾ ਨਹੀਂ ਕਿੱਥੇ ਇਸਨੇ ਦਗਾ ਦੇਣਾ ਹੈ। ਦੂਜਾ ਭਾਏ ਦੁੱਖ ਹੋਏ ਮਨ ਮੁਖ ਜਮ ਜੋ ਹੈ ਜੀਓ। ਮੈਤ ਭਾਵ ਵਿੱਚ ਪੈ ਕੇ ਦੁੱਖ ਹੁੰਦਾ, ਮਨਮੁਖਾਂ ਨੂੰ ਜਮ ਤੱਕਦਾ ਤੇ ਕਰੜੀ ਸਜ਼ਾ ਦਿੰਦਾ। ਗੁਰੂ ਰਾਮਦਾਸ ਪਾਤਸ਼ਾਹ ਇੱਥੇ ਸ਼ਬਦ ਸੰਪੂਰਨ ਕਰਦੇ। ਇਹ ਬਾਣੀ ਆਪਾਂ ਗੁਰੂ ਰਾਮਦਾਸ ਪਾਤਸ਼ਾਹ ਦੀ ਸਰਵਣ ਕਰ ਰਹੇ ਹਾਂ। ਦੁਵੈਤ